ਅੱਜ ਸਾਡੇ ਨਾਲ ਜੋ ਜੁੜੇ ਨੇ ਗਿਆਨੀ ਜਸਪ੍ਰੀਤ ਸਿੰਘ ਜੀ, ਜਿਨ੍ਹਾਂ ਦਾ 7ਵਾਂ ਸੈਸ਼ਨ ਹੈ ਸਾਡੇ ਨਾਲ। ਆਪ ਜੀ ਸਾਰੇ ਉਹਨਾਂ ਨੂੰ ਕਈ ਵਾਰ ਮਿਲ ਚੁੱਕੇ ਹੋ। ਬਹੁਤ ਹੀ ਪਿਆਰ ਨਾਲ, ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ ਆਪ ਜੀ ਦੇ ਭੇਜੇ ਪ੍ਰਸ਼ਨਾਂ ਦਾ ਉੱਤਰ ਦਿੰਦੇ ਨੇ। ਮੈਂ ਟਾਈਮ ਨਾਲ ਲੈਂਦਾ ਹੈ, ਪਹਿਲੇ ਤੇ ਵੀਰ ਜੀ ਨੂੰ ਸਕਰੀਨ ਤੇ ਜੋੜਨ ਦੀ ਕੋਸ਼ਿਸ਼ ਕਰਨਾ। ਵੀਰ ਜੀ, ਜੀ ਆਇਆਂ ਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜਿਵੇਂ ਕਿ ਸੰਗਤ ਜੀ ਆਪ ਜੀ ਜਾਣਦੇ ਹੋ, ਵੀਰ ਜੀ ਇਸ ਵੇਲੇ ਐਜ਼ ਅ ਹੈਡ ਗ੍ਰੰਥੀ ਦੀ ਡਿਊਟੀ ਨਿਭਾ ਰਹੇ ਨੇ ਗੁਰਦੁਆਰਾ ਗੋਬਿੰਦ ਨਗਰ ਰੇਸਕੋਰਸ ਵਿਖੇ। ਸਾਰੇ ਵੀਰ ਜੀ ਨੂੰ ਬਹੁਤ ਪਿਆਰ ਕਰਦੇ ਨੇ, ਬਹੁਤ ਹੀ ਸੂਝਵਾਨ ਤਰੀਕੇ ਦੇ ਨਾਲ, ਬੜੇ ਹੀ ਪਿਆਰ ਦੇ ਨਾਲ ਗੁਰਬਾਣੀ ਦੀ ਮਰਿਆਦਾ ਵਿੱਚ ਰਹਿ ਕੇ, ਅੱਜ ਦੇ ਮਾਡਰਨ ਤਰੀਕੇ ਦੇ ਐਗਜ਼ਾਮਪਲਸ ਦੇ ਕੇ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਨੇ। ਵੀਰ ਜੀ, ਅੱਜ ਦੇ ਮੇਜਰ ਟੌਪਿਕ ਜੋ ਕੁਐਸਚਨ ਸਾਡੇ ਕੋਲ ਆਏ ਨੇ, ਮੈਂ ਉਹਨਾਂ ਨੂੰ ਸ਼ੁਰੂ ਕਰਨਾ ਚਾਹੁੰਦਾ ਜੀ। ਜ਼ਰੂਰ। ਅਸੀਂ ਜਪਜੀ ਸਾਹਿਬ ਵਿੱਚ ਰੋਜ਼ ਬੇਨਤੀ ਕਰਦੇ ਹਾਂ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਸਚਿਆਰ ਸਿੱਖ ਦੀ ਗੱਲ ਗੁਰਬਾਣੀ ਦੇ ਅੰਦਰ ਵਾਰ-ਵਾਰ ਗੁਰੂ ਸੱਚੇ ਪਾਤਸ਼ਾਹ ਜੀ ਕਰਦੇ ਨੇ, ਤੇ ਹਰ ਸਿੱਖ ਸਵੇਰੇ ਬੇਨਤੀ ਕਰਦਾ ਹੈ, ਸਵਾਲ ਪੁੱਛਦਾ ਹੈ ਕਿ ਮੈਂ ਸਚਿਆਰ ਸਿੱਖ ਕਿਵੇਂ ਬਣਾ, ਮੈਨੂੰ ਸਚਿਆਰ ਸਿੱਖ ਕਿਵੇਂ ਬਣਾਇਆ ਜਾਏ। ਸਭ ਤੋਂ ਪਹਿਲਾ ਸਵਾਲ ਮੇਰਾ ਵੀਰ ਜੀ ਆਪ ਜੀ ਤੋਂ ਇਹ ਹੈ, ਸਚਿਆਰ ਸਿੱਖ ਤੋਂ ਭਾਵ ਕੀ ਹੈ? ਵਾਟ ਡੂ ਯੂ ਮੀਨ ਬਾਈ ਅ ਸਚਿਆਰ ਸਿੱਖ? ਐਂਡ ਉਹ ਗੁਰਬਾਣੀ ਔਰ ਗੁਰੂ ਉਸ ਬਾਰੇ ਕੀ ਕਹਿੰਦੇ ਨੇ? ਜੀ, ਇੱਕ ਵਾਰ ਫਿਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪ ਜੀ ਨੇ ਸਵਾਲ ਪੁੱਛਿਆ ਵੀਰ ਜੀ ਸਚਿਆਰ ਸਿੱਖ ਦੇ ਬਾਰੇ, ਤੇ ਸਚਿਆਰ ਜਿਹੜਾ ਸ਼ਬਦ ਹੈਗਾ ਹੈ, ਇਹ ਦੋ ਸ਼ਬਦਾਂ ਦੀ ਸੰਧੀ ਤੋਂ ਬਣਿਆ ਹੈ। ਕੁਝ ਵਿਦਵਾਨਾਂ ਦਾ ਮਤ ਇਹ ਹੈ ਕਿ ਸਚਿਆਰ ਦਾ ਅਰਥ ਹੈ ਸੱਚ ਆਚਾਰ, ਭਾਵ ਉਹ ਆਚਰਣ ਜਿਸ ਆਚਰਣ ਦੇ ਵਿੱਚ ਸੱਚ ਆ ਜਾਵੇ, ਉਹ ਇਖਲਾਕ ਜਿਸ ਇਖਲਾਕ ਦੇ ਵਿੱਚ ਸੱਚ ਆ ਜਾਵੇ, ਉਹ ਜੀਵਨ ਜਿਸ ਜੀਵਨ ਦੇ ਵਿੱਚ ਸੱਚ ਆ ਜਾਵੇ। ਤੇ ਜਦੋਂ ਜਿਸ ਜੀਵਨ ਦੇ ਵਿੱਚ, ਜਿਸ ਇਖਲਾਕ ਦੇ ਵਿੱਚ, ਜਿਸ ਆਚਾਰ ਦੇ ਵਿੱਚ ਸੱਚ ਆ ਗਿਆ, ਗੁਰਬਾਣੀ ਉਹਨੂੰ ਸਚਿਆਰ ਆਖਦੀ ਹੈ। ਤੇ ਕਿਉਂਕਿ ਸ਼ਬਦ ਅਸੀਂ ਪੂਰਾ ਲਵਾਂਗੇ ਸਚਿਆਰ, ਇਸ ਕਰਕੇ ਸਚਿਆਰ ਦੇ ਜਿਹੜੇ ਮਾਇਨੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਤਾਬਕ, ਉਹ ਹੋਰ ਜ਼ਿਆਦਾ ਮਹੱਤਵਪੂਰਨ ਹੋ ਜਾਂਦੇ ਹਨ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿਹੜਾ ਸੱਚ ਹੈ ਉਹ ਅੰਦਰ ਸਥਾਪਿਤ ਕਰਨ ਵਾਲੀ ਵਸਤੂ ਹੈ। ਉਹ ਕੇਵਲ ਇਸ ਤਰ੍ਹਾਂ ਨਹੀਂ ਬਈ ਪਿੱਤਲ ਨੂੰ ਮੈਂ ਸੋਨਾ ਕਹੀ ਜਾ ਰਿਹਾ ਹਾਂ ਤੇ ਮੈਂ ਆਖ ਦਿੱਤਾ ਵੀ ਇਹਦਾ ਰੰਗ ਵੀ ਸੋਨੇ ਵਰਗਾ ਹੈ ਪਿੱਤਲ ਦਾ, ਤੇ ਝੂਠ ਨੂੰ ਮੈਂ ਸੱਚ ਬਣਾ ਕੇ ਪੇਸ਼ ਕਰਾਂ। ਬਹੁਤੇ ਲੋਕ ਧਰਮ ਦੀ ਦੁਨੀਆ ਵਿੱਚ ਇਹ ਕੁਝ ਕਰ ਰਹੇ ਹਨ ਕਿ ਝੂਠ ਨੂੰ ਸੱਚ ਬਣਾ ਕੇ ਪੇਸ਼ ਕਰਨਾ, ਜਾਂ ਝੂਠ ਨੂੰ ਸੱਚ ਦੇ ਲਿਬਾਸ ਪਾ ਕੇ ਪੇਸ਼ ਕਰਨਾ ਤੇ ਉਹਨੂੰ ਸਚਿਆਰ ਵਾਲਾ ਰੂਪ ਦੇ ਦੇਣਾ। ਆਪ ਜੀ ਨੇ ਕਿਉਂਕਿ ਜਪਜੀ ਸਾਹਿਬ ਜੀ ਦੀ ਗੱਲ ਕੀਤੀ ਹੈ ਰਮਤਾ ਦੇ ਵਿੱਚ, ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਵਾਕਈ ਜਪਜੀ ਸਾਹਿਬ ਤੋਂ ਪਾਠ ਸ਼ੁਰੂ ਕਰਦੇ ਹਾਂ, ਤੇ ਅਸੀਂ ਇਹ ਗੱਲ ਇੰਜ ਵੀ ਆਖ ਸਕਦੇ ਹਾਂ ਕਿ ਜਪਜੀ ਸਾਹਿਬ ਜੀ ਦਾ ਹੀ ਨਹੀਂ ਬਲਕਿ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਭ ਤੋਂ ਪਹਿਲਾ ਪ੍ਰਸ਼ਨ ਹੀ ਇਹ ਹੈ, ਕਿਵ ਸਚਿਆਰਾ ਹੋਈਐ, ਕਿਵ ਕੂੜੈ ਟੁੱਟੈ ਪਾਲ। ਤੇ ਆਪ ਜੀ ਦਾ ਕਿਉਂਕਿ ਪ੍ਰਸ਼ਨ ਸੀ ਸਚਿਆਰ ਕੀ ਹੈ, ਸਚਿਆਰ ਕੌਣ ਹੈ? ਸਚਿਆਰ ਦੇ ਅਰਥ ਹਨ ਉਹ ਜਿਸ ਦੇ ਅੰਦਰ ਸੱਚ ਆ ਚੁੱਕਿਆ ਹੈ, ਜਿਹਦੇ ਜੀਵਨ ਵਿੱਚ, ਇੰਜ ਆਖ ਦੇਵਾਂ ਜਿਹਦੇ ਮਨ ਵਿੱਚ, ਜਿਹਦੇ ਬਚਨਾਂ ਵਿੱਚ, ਜਿਹਦੇ ਕਰਮਾਂ ਦੇ ਵਿੱਚ ਸੱਚ ਦੀ ਸਥਾਪਨਾ ਹੋ ਚੁੱਕੀ ਹੈ, ਉਹਨੂੰ ਬਾਣੀ ਸਚਿਆਰ ਆਖਦੀ ਹੈ। ਇੱਕ ਹੋਰ ਸਚਿਆਰ ਦਾ ਅਰਥ ਜਿਹੜਾ ਸਾਨੂੰ ਕੋਸ਼ਾਂ ਵਿੱਚ ਪੜ੍ਹਨ ਵਾਸਤੇ ਮਿਲੇਗਾ, ਉਹ ਹੈ ਸੱਚ ਦਾ ਘਰ। ਘਰ ਦੇ ਅਰਥ ਇੱਥੇ ਹਿਰਦਾ ਹੀ ਲਵਾਂਗੇ ਕਿ ਉਹ ਹਿਰਦਾ ਜਿਸ ਹਿਰਦੇ ਦੇ ਅੰਦਰ ਸੱਚ ਦਾ ਪ੍ਰਕਾਸ਼ ਹੋ ਚੁੱਕਿਆ ਹੈ, ਉਹ ਹਿਰਦਾ ਜਿਸ ਦੇ ਅੰਦਰ ਸੱਚ ਦਾ ਦੀਵਾ ਜਗ ਚੁੱਕਿਆ ਹੈ, ਉਹਨੂੰ ਵੀ ਗੁਰਬਾਣੀ ਨੇ ਸਚਿਆਰ ਕਿਹਾ ਹੈ। ਤੋ ਸਚਿਆਰ ਦੇ ਜਿਹੜੇ ਮਾਇਨੇ ਹਨ ਉਹ ਇਹੀ ਹਨ ਕਿ ਉਹ ਜੀਵਨ ਜਾਂ ਉਹ ਸਰੀਰ, ਉਹ ਜ਼ਿੰਦਗੀ ਜਿਸ ਜ਼ਿੰਦਗੀ ਦੇ ਵਿੱਚ ਸੱਚ ਦਾ ਦੀਵਾ ਜਗ ਚੁੱਕਿਆ ਹੈ, ਜਿਸ ਜ਼ਿੰਦਗੀ ਦੇ ਵਿੱਚ ਸੱਚ ਆ ਚੁੱਕਿਆ ਹੈ, ਹੁਣ ਜੀਵਨ ਦੀ ਰਹਿਨੁਮਾਈ ਸੱਚ ਕਰ ਰਿਹਾ ਹੈ, ਔਰ ਸੱਚ ਦੀ ਰੋਸ਼ਨੀ ਦੇ ਵਿੱਚ ਹੀ ਉਸ ਦਾ ਜੀਵਨ, ਭਾਵ ਜਿਹਦੇ ਜੀਵਨ ਵਿੱਚ ਇਹ ਸੱਚ ਆਇਆ ਹੈ, ਉਹ ਅੱਗੇ ਵਧ ਰਿਹਾ ਹੈ। ਬਹੁਤ ਹੀ ਅੱਛੇ ਅੱਖਰਾਂ ਦੇ ਨਾਲ ਵੀਰ ਜੀ ਆਪ ਜੀ ਨੇ ਇਸ ਸਵਾਲ ਦਾ ਜਵਾਬ ਦਿੱਤਾ ਹੈ। ਤੇ ਕਿਉਂਕਿ ਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਗੱਲ ਨੂੰ ਆਪਾਂ ਜੇ ਮੰਨੀਏ, ਗੁਰੂ ਸਾਹਿਬ ਕਹਿੰਦੇ ਨੇ ਕੁੜਿਆਰ ਕੁੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਬਿਲਕੁਲ ਬਿਲਕੁਲ। ਹੁਣ ਇਸ ਕਰਕੇ
हर सिख दी ये तांग है कि मैं किवें गुरु दे कोल बैठा, मैं किवें गुरु दी गोद नूं माणा। इस करके अज दा सैशन मैनूं लगदा है बहुत ही ज़्यादा इंपॉर्टेंट और अच्छा हो जाता है। हुण अगला सवाल जो करता पूछता है, ये पूछता है कि सचियार सिख कौन है और सचियार सिख किवें बनिया जा सकता है। ਅਸੀਂ अगर सचियार हाउ हू इज अ सचियार सिख एंड हाउ टू बिकम वन, कि ਅਸੀਂ किवें ठीक है सचियार जी, बणीए सचियार बणीए किवें, ठीक है। जी। सचियार बनन वास्ते देखो सारी गुरबाणी ने ना सानू सचियार बनन दा ही उपदेश दिता है। जिवें हुण असीं गल कर सा कि सचियारा होईए दा मतलब यही है किवें बन जाइए। ते सचियार दा अगला ओ जो पक्ष सी किवें कूड़े टुटै पाल, बई मेरे और रब दे विचकार जो झूठ दा पर्दा टुटना किवें है, ये ते सी प्रश्न। हुण बणीए किवें, इहदा उत्तर अगली पंक्ति च दिता गया, हुक्म रजाई चलना नानक लिखिया नाल। कि रजा दे मालक उस अकाल पुरख दे हुक्म दे विच जे तुरिया जावे, जे उहदी रजा दे विच तुरन दा कोई यतन करे, जे उहदे भाणे दे विच कोई तुरन दा यतन करे, फिर ओ सचियार बन सकदा है। ਇਹਦੇ ਮੁਤਲਕ ਮੈਂ ਬਾਣੀ ਚੋਂ ਚਲੋ 2-3 ਪ੍ਰਮਾਣ ਆਪ ਜੀ ਦੇ ਨਾਲ ਸਾਂਝੇ ਕਰ ਦੇਵਾਂ। ਪਹਿਲਾ ਪ੍ਰਮਾਣ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ। ਸਤਿਗੁਰੂ ਜੀ ਦਾ ਫਰਮਾਨ ਕਿ ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ ਵਿਛੁੜ ਚੋਟਾਂ ਖਾਵੇ। ਕਿ ਹਰ ਉਹ ਇਨਸਾਨ ਜਿਹੜਾ ਆਪਣੇ ਆਪ ਨੂੰ ਗੁਰੂ ਦਾ ਸਿੱਖ ਅਕਵਾਰਿਆ ਹੈ, ਸਖਾ ਦਾ ਅਰਥ ਹੈ ਦੋਸਤ, ਬੰਧਪ ਦਾ ਅਰਥ ਰਿਸ਼ਤੇਦਾਰ, ਭਾਈ ਦਾ ਅਰਥ ਭਰਾਤਾ, लेकिन ये अखवाण दे नाल ही कोई गुरु दा ना सिख बन सकता है, ना पुत्र बन सकता है। केवल अखवाण मात्र दे नाल, अखौती रूप विच कोई नहीं बन सकता। बनन वास्ते की करना पवेगा, जे गुर के भाणे विच आवे, ओनू गुरु दे भाणे विच, गुरु दी विचारधारा दे दायरे दे विच आना पवेगा। भाणे दा पहला अर्थ ते विचारधारा लवांगे असी, गुरु दे सिद्धांत दा जो दायरा है उस दायरे दे अंदर ओनू आना पवेगा। परंतु असी वेखदे हां कई बार संसार विच होंदा की है, असी भी क्योंकि आप जी भी इस प्रचार की फील्ड विच बहुत लंबे समय तो जुड़े हुए हो, तो मैं भी वेखदा हाँ विचरते हुए संसार विच कि अपने आप नूं सिख अखवाउण वाले सिक्खी दा बाणा ते धारण कर लैंदे हन, लेकिन उन्हां दे अंदर बहुती वार विचारधारा सिक्खी दी नहीं होंदी। उन्हां दे अंदर दुविधा रवेगी। मैं एक उदाहरण चलो इतिहास चो लवां आप जी दे नाल। जदों भाई मंझ जी गुरु अर्जुन देव जी दे कोल आए, ਤੇ ਭਾਈ ਮੰਝ ਜੀ ਨੇ ਆ ਕੇ ਪਹਿਲੀ ਬੇਨਤੀ ਇਹ ਕੀਤੀ ਸੀ, ਪਾਤਸ਼ਾਹ ਮੈਨੂੰ ਸਿੱਖੀ ਦੀ ਦਾਤ ਦਿਓ। ਗੁਰੂ ਅਰਜੁਨ ਦੇਵ ਸਾਹਿਬ ਜਾਣਦੇ ਸਨ ਕਿ ਭਾਈ ਮੰਝ ਜਿਹੜਾ ਹੈ ਉਹ ਕਿਸੇ ਹੋਰ ਦੀ ਸਿੱਖੀ ਨੂੰ ਮੰਨ ਰਿਹਾ ਹੈ, ਭਾਵ ਕਿਸੇ ਹੋਰ ਦੇ ਸਿਧਾਂਤ ਨੂੰ ਮੰਨ ਰਿਹਾ ਹੈ। ਤੇ ਇਹ ਹਾਲਤ ਬਿਲਕੁਲ ਇਸੇ ਤਰ੍ਹਾਂ ਹੈ ਜਿਵੇਂ ਇੱਕ ਇਸਤਰੀ ਹੋਵੇ ਤੇ ਉਹ ਦੋ ਪਤੀ ਮੰਨ ਕੇ ਬੈਠ ਜਾਵੇ। ਆਪ ਗੱਲ ਸਮਝਣਾ, ਉਹਦਾ ਇੱਕ ਦੇ ਨਾਲ ਨੇਹ ਨਹੀਂ ਪਿਆ, ਉਹਦਾ ਆਪਣੇ ਪਤੀ ਦੇ ਨਾਲ ਵੀ ਨੇਹ ਹੈ ਤੇ ਉਹ ਹੋਰ ਪੁਰਖਾਂ ਦੇ ਵੱਲ ਵੀ, ਹੋਰ ਪੁਰਸ਼ਾਂ ਦੇ ਵੱਲ ਵੀ ਉਹਦੀ ਝਾਤ ਹੈ। ਬਿਲਕੁਲ ਇਸੇ ਪ੍ਰਕਾਰ ਇਹ ਉਦਾਹਰਣ ਨਾ ਗੁਰੂ ਗ੍ਰੰਥ ਸਾਹਿਬ 'ਚ ਵਰਤੀ ਗਈ ਔਰ ਉਸ ਇਸਤਰੀ ਨੂੰ ਦੁਹਾਗਣ ਕਿਹਾ ਗਿਆ ਹੈ ਬਾਣੀ ਦੇ ਵਿੱਚ, ਉਹਨੂੰ ਸੁਹਾਗਣ ਨਹੀਂ ਕਿਹਾ ਗਿਆ। ਤੇ ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਭਾਈ ਮੰਝ ਨੂੰ ਇੱਕੋ ਹੀ ਗੱਲ ਕਹੀ। ਸਤਿਗੁਰੂ ਨੇ ਕਿਹਾ, ਭਾਈ ਮੰਝ ਤੈਨੂੰ ਸਿੱਖੀ ਦੀ ਦਾਤ ਮਿਲੇਗੀ ਜ਼ਰੂਰ, ਪਰ ਇੱਕ ਗੱਲ ਯਾਦ ਰੱਖੀ, ਸਿੱਖੀ ਦੇ ਉੱਤੇ ਸਿੱਖੀ ਕਦੀ ਨਹੀਂ ਟਿਕ ਸਕਦੀ। ਜੇ ਤੈਨੂੰ ਗੁਰੂ ਦੀ ਸਿੱਖੀ ਆਪਣੇ ਜੀਵਨ ਵਿੱਚ ਪ੍ਰਾਪਤ ਕਰਨੀ ਹੈ ਤੇ ਤੈਨੂੰ ਬਾਕੀ ਫਿਰ ਹਰ ਪਾਸੇ ਤੋਂ ਆਪਣਾ ਜਿਹੜਾ ਸਬੰਧ ਹੈ ਉਹ ਤੋੜ ਕੇ, ਭਾਵ ਆਪਣੇ ਆਪ ਨੂੰ ਖਾਲੀ ਕਰਕੇ, ਇੱਕ ਖਾਲੀ ਭਾਂਡੇ ਦੀ ਤਰ੍ਹਾਂ ਤੈਨੂੰ ਗੁਰੂ ਦੀ ਸ਼ਰਨ ਵਿੱਚ ਆਣਾ ਪਵੇਗਾ, ਤਾਂ ਹੀ ਇੱਥੋਂ ਸਿੱਖੀ ਰੂਪੀ ਵਸਤ ਤੇਰੇ ਭਾਂਡੇ ਵਿੱਚ, ਤੇਰੇ ਜੀਵਨ ਵਿੱਚ ਪਵੇਗੀ। ਤੇ ਭਾਈ ਮੰਝ ਜੀ ਦਾ ਇਤਿਹਾਸ ਪੜ੍ਹੀਏ ਤੇ ਬੜਾ ਕਮਾਲ ਦਾ ਜ਼ਿਕਰ ਆਉਂਦਾ ਹੈ ਕਿ ਜਦੋਂ ਆਪਣੇ ਘਰ ਗਏ ਕਹੀ ਲੈ ਕੇ ਹੱਥ ਵਿੱਚ, ਤੇ ਜਿਹੜਾ ਸਰਵਰ ਵਾਲਾ ਉਹ ਜਿਹੜਾ ਸਾਰਾ ਘਰ ਵਿੱਚ ਸਥਾਨ ਬਣਿਆ ਸੀ ਉਹਨੂੰ ਪੁੱਟ ਦਿੱਤਾ। ਹੁਣ ਇਹ ਕਰਨ ਦਾ ਨਤੀਜਾ ਕੀ ਹੋਇਆ, ਭਾਈ ਮੰਝ ਕੋਈ ਆਮ ਇਨਸਾਨ ਨਹੀਂ ਸੀ। ਇਤਿਹਾਸ ਪੜ੍ਹੋ, 50 ਤੋਂ ਵੱਧ ਪਿੰਡਾਂ ਦਾ ਚੌਧਰੀ ਸੀ ਉਹ ਛੋਟੀ ਮੋਟੀ ਕੋਈ ਹਸਤੀ ਨਹੀਂ ਸੀ। ਤੇ ਜਿਸ ਵੇਲੇ ਉਹਨੇ ਇਹ ਕਰਮ ਕੀਤਾ ਤੇ ਸਾਰੇ ਇਕੱਠੇ ਹੋ ਗਏ, ਤੇ ਪਿੰਡ ਵਾਲੇ ਇਕੱਠੇ ਹੋ ਗਏ, ਪਰਿਵਾਰ ਵਾਲੇ ਇਕੱਠੇ ਹੋ ਗਏ। ਕਹਿਣ ਤੋਂ ਭਾਵ ਉਹਨੂੰ ਬਰਾਦਰੀ ਚੋਂ ਔਰ ਸਮਾਜ ਚੋਂ ਬੇਦਖਲ ਕਰ ਦਿੱਤਾ ਗਿਆ। ਲੇਕਿਨ ਉਹਨੇ ਇਸ ਬੇਦਖਲੀ ਨੂੰ ਤੇ ਪ੍ਰਵਾਨ ਕਰ ਲਿਆ, ਲੇਕਿਨ ਸਭ ਕੁਝ ਛੱਡ ਛਡਾ ਕੇ ਫਿਰ ਗੁਰੂ ਅਰਜਨ ਦੇਵ ਜੀ ਦੇ ਕੋਲ ਆਇਆ। ਕਹਿਣ ਲੱਗਾ, ਪਾਤਸ਼ਾਹ ਜੀ ਹੁਣ ਮੈਂ ਕਿਸੇ ਦਾ ਵੀ ਸਿੱਖ ਨਹੀਂ, ਹੁਣ ਮੈਂ ਖਾਲੀ ਭਾਂਡੇ ਦੀ ਤਰ੍ਹਾਂ ਤੁਹਾਡੇ ਕੋਲ ਆਇਆ ਹਾਂ, ਹੁਣ ਮੈਨੂੰ ਸਿੱਖੀ ਦੀ ਦਾਤ ਦੇ ਦਿਓ। ਤਾਂ ਸਚਿਆਰ ਸਿੱਖ ਕਿਵੇਂ ਬਣ ਸਕਦਾ ਹੈ, ਇਹ ਪ੍ਰਸ਼ਨ ਦਾ ਇਹ ਉੱਤਰ ਆਪ ਜੀ ਇਨ ਸਮਝ ਲੈਣਾ ਕਿ ਸਭ ਤੋਂ ਪਹਿਲੇ ਸਿੱਖ ਇਹ ਵੇਖੇ ਕਿ ਕੀ ਮੇਰੇ ਹਿਰਦੇ ਦੇ ਵਿੱਚ ਕੇਵਲ ਮੇਰਾ ਗੁਰੂ ਹੈ ਜਾਂ ਕਿਸੇ ਹੋਰ ਵਾਸਤੇ ਵੀ ਮੇਰੇ ਹਿਰਦੇ ਵਿੱਚ ਜਗ੍ਹਾ ਹੈ। ਤੇ ਜਿਵੇਂ ਮੈਂ ਉਦਾਹਰਣ ਦਿੱਤੀ
ਮੈਨੂੰ ਭਾਈ ਗੁਰਦਾਸ ਜੀ ਦਾ ਇੱਕ ਚਲੋ ਸਵਈਆ ਯਾਦ ਆ ਗਿਆ, ਮੈਂ ਆਪ ਜੀ ਦੇ ਨਾਲ ਸਾਂਝਾ ਕਰਾਂ। ਭਾਈ ਸਾਹਿਬ ਆਖਦੇ, ਕਹਿੰਦੇ ਜੈਸੇ ਪਤੀ ਵਰਤਾ ਪਰ ਪੁਰਖੈ ਨਾ ਦੇਖਿਓ ਚਾਹੈ, ਪੂਰਨ ਪਤ ਵਰਤਾ ਕੇ ਪਤ ਹੀ ਕੇ ਧਿਆਨ ਹੈ। ਹੁਣ ਸਾਡੇ ਭਾਰਤ ਵਰਸ਼ ਵਿੱਚ ਸ਼ੁਰੂ ਤੋਂ ਪਤੀ ਵਰਤਾ ਇਸਤਰੀ ਨੂੰ ਬੜਾ ਮਾਣ ਔਰ ਬੜੀ ਇੱਜ਼ਤ ਮਿਲੀ ਹੈ, ਲੇਕਿਨ ਇਹਦੇ ਵਿਪਰੀਤ ਜਿਹੜੀ ਇਸਤਰੀ ਉਹਦਾ ਪਤੀ ਹੁੰਦਿਆਂ ਸੌਂਦਿਆਂ ਇਧਰ ਉਧਰ ਦੀ ਝਾਕ ਵਿੱਚ ਰਹਿੰਦੀ ਹੈ, ਉਹਨੂੰ ਕੁਲਖਣੀ ਕਿਹਾ ਹੈ। ਕੁਲਖਣੀ ਸ਼ਬਦ ਪੁਰਾਣਾ ਵਰਤਿਆ ਗਿਆ ਹੈ, ਗੁਰਬਾਣੀ ਵਿੱਚ ਕੁਲਖਣੀ ਆਇਆ ਹੈ। ਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਆਖਦੇ, ਜੈਸੇ ਪਤੀ ਵਰਤਾ ਪਰ ਪੁਰਖੈ ਨਾ ਦੇਖਿਓ ਚਾਹੈ, ਪੂਰਨ ਪਤ ਵਰਤਾ ਕੇ ਪਤ ਹੀ ਕਹਿ ਧਿਆਨ ਹੈ। ਇੱਕ ਪੂਰਨ ਪਤੀ ਵਰਤਾ ਜਿਹੜੀ ਇਸਤਰੀ ਹੈ, ਉਹਦਾ ਧਿਆਨ ਕੇਵਲ ਆਪਣੇ ਪਤੀ ਵਿੱਚ ਹੈ, ਉਹਦੀ ਸੇਵਾ ਵਿੱਚ ਹੈ। ਉਹਦੀ ਆਸ, ਉਹਦੀ ਉਮੀਦ, ਉਹਦਾ ਸੁੱਖ, ਉਹਦਾ ਦੁੱਖ, ਉਹਦਾ ਜੀਣਾ, ਉਹਦਾ ਮਰਨਾ, ਉਹਦਾ ਹੱਸਣਾ, ਉਹਦਾ ਰੋਣਾ, ਸਭ ਕੁਝ ਇੱਕ ਪਤੀ ਦੇ ਨਾਲ ਹੈ। ਉਹ ਇੱਕ ਨੂੰ ਛੱਡ ਕੇ ਕਿਸੇ ਪਾਸੇ ਵੀ ਨਹੀਂ ਜਾਂਦੀ। ਜੋ ਕੁਝ ਵੀ ਹੈ ਉਹਦਾ ਮਰਨਾ ਜੀਣਾ ਕੇਵਲ ਇੱਕ ਦੇ ਨਾਲ ਹੈ। ਇਸੇ ਪ੍ਰਕਾਰ ਕਹਿੰਦੇ ਦੂਸਰੀ ਉਦਾਹਰਣ ਵਿੱਚ, ਸਰ ਸਰਿਤਾ ਸਮੁੰਦਰ ਚਾਤਰਿਕ ਨਾ ਚਾਹੇ ਕਹੂੰ, ਆਸ ਕਨ ਬੂੰਦ ਪ੍ਰੇ ਪ੍ਰੇ ਗੁਣਗਾਨ ਹੈ। ਚਾਤਰਿਕ ਦੀ ਉਦਾਹਰਣ ਦਿੱਤੀ, ਕਹਿੰਦੇ ਚਾਤਰਿਕ ਜਿਹੜਾ ਸਵੰਤੀ ਬੂੰਦ ਦਾ ਪਿਆਸਾ ਹੈ ਕੇਵਲ, ਤੇ ਉਸ ਚਾਤਰਿਕ ਦੇ ਅੱਗੇ ਅਗਰ ਆਪ ਸਰ ਸਰੋਵਰ, ਸਰਿਤਾ ਕਹਿੰਦੇ ਨੇ ਨਦੀ ਨੂੰ, ਸਮੁੰਦ ਕਹਿੰਦੇ ਨੇ ਸਮੁੰਦਰ ਨੂੰ, ਆਪ ਸਮੁੰਦਰ ਰੱਖ ਦਿਓ ਉਹਦੇ ਅੱਗੇ, ਸਰੋਵਰ ਰੱਖ ਦਿਓ, ਨਦੀ ਰੱਖ ਦਿਓ, ਕਹੋ ਚਾਤਰਿਕ ਤੂੰ ਨਾ ਬੂੰਦਾਂ ਦੇ ਪਿੱਛੇ ਕਿਉਂ ਪਿਆ ਹੋਇਆ ਹੈ? ਇਹਦੇ ਇਤਨਾ ਵੱਡਾ ਸਮੁੰਦਰ ਤੈਨੂੰ ਦੇ ਦਿੱਤਾ, ਇਤਨੀ ਵੱਡੀ ਨਦੀ ਤੈਨੂੰ ਦੇ ਦਿੱਤੀ, ਇਤਨਾ ਵੱਡਾ ਤੈਨੂੰ ਸਰੋਵਰ ਦੇ ਦਿੱਤਾ, ਤੇ ਸਾਰੀ ਜ਼ਿੰਦਗੀ ਦੀ ਤੇਰੀ ਪਿਆਸ ਬੁਝ ਸਕਦੀ ਹੈ। ਚਾਤਰਿਕ ਕਦੀ ਵੀ ਨਾ ਸਮੁੰਦਰ, ਨਾ ਸਰੋਵਰ ਤੇ ਨਾ ਨਦੀ ਦਾ ਪਿਆਸਾ ਹੈ। ਉਹ ਕੇਵਲ ਆਸ ਘਨ ਬੂੰਦ ਪ੍ਰੇ ਪ੍ਰੇ ਗੁਣ ਗਾਨ ਹੈ। ਕੇਵਲ ਉਸ ਘਨ ਬੂੰਦ ਭਾਵ ਉਹ ਸਵਾਂਤੀ ਨਛੱਤਰ ਵਾਲੀ ਬੂੰਦ ਦਾ ਉਹ ਪਿਆਸਾ ਹੈ। ਉਹਨੂੰ ਪਤਾ ਹੈ ਮੇਰੀ ਪਿਆਸ ਕੇਵਲ ਇੱਕ ਬੂੰਦ ਨਾਲ ਬੁਝ ਸਕਦੀ ਹੈ, ਮੈਨੂੰ ਬਹੁਤੇ ਪਾਣੀ ਦੀ ਲੋੜ ਨਹੀਂ। ਸਿੱਖ ਦੀ ਪਿਆਸ, ਸਿੱਖ ਦੇ ਅੰਦਰ ਦਾ ਟਿਕਾਵ ਕਿਨਕਾ ਏਕ ਜਿਸ ਜੀ ਬਸਾਵੇ ਵਾਲੀ ਅਵਸਥਾ ਨਾਲ ਆ ਸਕਦਾ ਹੈ। ਉਹਨੂੰ ਬਹੁਤੀਆਂ ਵਿਚਾਰਾਂ ਦੀ ਵੀ ਲੋੜ ਨਹੀਂ, ਕੇਵਲ ਇੱਕ ਕਿਣਕੇ ਨਾਲ। ਫਿਰ ਆਖਦੇ ਦਿਨ ਕਰ ਔਰ ਭੋਰ ਚਾਹਤ ਨਹੀਂ ਚਕੋਰ, ਮਨ ਬਚ ਕਰਮ ਹਿਮ ਕਰ ਪ੍ਰੇ ਪ੍ਰਾਨ ਹੈ। ਚਕੋਰ ਦੀ ਉਦਾਹਰਣ ਦਿੱਤੀ। ਚਕੋਰ ਚੰਦਰਮਾ ਦੀ ਇੰਜ ਆਖ ਲਈਏ ਆਸ਼ਕ ਹੈ। ਚੰਨ ਤੇ ਚਕੋਰ ਦੀਆਂ ਕਿਤਨੀਆਂ ਕਹਾਣੀਆਂ ਅਸੀਂ ਬਚਪਨ 'ਚ ਪੜ੍ਹਦੇ ਸਾਂ। ਦਿਨਕਰ ਔਰ ਭੋਰ ਚਾਹਤ ਨਹੀਂ ਚਕੋਰ, ਦਿਨਕਰ ਕਹਿੰਦੇ ਨੇ ਇਹਨੂੰ ਤੁਹਾਡੇ ਸੂਰਜ ਨੂੰ, ਕਿ ਅਗਰ ਚਕੋਰ ਨੂੰ ਤੁਸੀਂ ਸੂਰਜ ਦੇ ਦਿਓ ਤੇ ਕਹੋ ਦੇਖ ਚਕੋਰ ਕਿਤਨਾ ਉਜਾਲਾ ਹੋ ਗਿਆ, ਚਕੋਰ ਕਹੇਗੀ ਕਿ ਮੈਨੂੰ ਸੂਰਜ ਦੀ ਲੋੜ ਨਹੀਂ, ਮੈਨੂੰ ਚੰਦਰਮਾ ਦੀ ਹੀ ਲੋੜ ਹੈ। ਹਿਮਕਰ ਕਹਿੰਦੇ ਨੇ ਚੰਦਰਮਾ। ਇਸੇ ਤਰ੍ਹਾਂ ਭਾਈ ਸਾਹਿਬ ਜੀ ਨੇ ਅੰਤ ਵਿੱਚ ਕਿਹਾ, ਕਹਿੰਦੇ ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ ਪੈ ਸਹਿਜ ਸੁਭਾਓ, ਨਾ ਅਵਗਿਆ ਅਭਿਮਾਨ ਹੈ। ਗੁਰੂ ਦਾ ਸਿੱਖ ਵੀ ਇਧਰ ਉਧਰ ਦੀ ਝਾਕ ਛੱਡ ਦਿੰਦਾ ਹੈ। ਤੈਸੇ ਗੁਰਸਿੱਖ ਆਨ ਦੇਵ ਸੇਵ ਰਹਿਤ, ਹੋਰ ਦੇਵਤਿਆਂ ਦੀ ਦੇਵੀਆਂ ਦੀ ਸੇਵਾ ਤੋਂ ਬਿਲਕੁਲ ਸਿੱਖ ਪਰੇ ਹੋ ਜਾਂਦਾ ਹੈ, ਪਰਹੇਜ਼ ਕਰਦਾ ਹੈ, ਆਪਣੇ ਆਪ ਨੂੰ ਸੁਹਾਗਣ ਬਣਾਉਂਦਾ ਹੈ, ਦੁਹਾਗਣ ਨਹੀਂ ਬਣਾਉਂਦਾ। ਇਧਰ ਉਧਰ ਦੀ ਝਾਕ ਨਹੀਂ ਉਹਦੇ ਅੰਦਰ। ਪੈ ਸਹਿਜ ਸੁਭਾਓ, ਨਾ ਅਵਗਿਆ ਅਭਿਮਾਨ ਹੈ। ਟਿਕੇ ਹੋਏ ਸੁਭਾਅ ਦੇ ਵਿੱਚ ਅਡੋਲਤਾ ਦਾ ਸੁਭਾਅ ਆਪਣੇ ਗੁਰੂ ਕੋਲੋਂ ਮੰਗਦਾ ਹੈ ਤੇ ਕਦੀ ਵੀ ਗੁਰੂ ਦੀ ਅਵਗਿਆ ਨਹੀਂ ਕਰਦਾ, ਕਦੀ ਵੀ ਜੀਵਨ ਵਿੱਚ ਅਭਿਮਾਨ ਨਹੀਂ ਕਰਦਾ। ਸਚਿਆਰ ਬਣਨ ਦਾ ਪਹਿਲਾ ਕਦਮ ਇਹ ਹੈ ਕਿ ਸਾਨੂੰ ਆਪਣੇ ਗੁਰੂ ਤੇ ਪੂਰਾ ਭਰੋਸਾ ਹੋਵੇ, ਰੱਬ ਤੇ ਪੂਰਾ ਭਰੋਸਾ ਹੋਵੇ ਤੇ ਉਹਦੇ ਹੁਕਮ ਦੇ ਵਿੱਚ, ਉਹਦੀ ਰਜ਼ਾ ਵਿੱਚ ਇੰਜ ਚੱਲੀਏ ਜਿਵੇਂ ਇੱਕ ਪਤਨੀ, ਇੱਕ ਸੁਹਾਗਣ ਆਪਣੇ ਪਤੀ ਦੀ ਆਗਿਆ ਦੇ ਵਿੱਚ ਤੁਰਦੀ ਹੈ। ਜੇ ਉਹਨੇ ਆਗਿਆ ਤੋਂ ਇਨਕਾਰ ਕਰ ਦਿੱਤਾ ਜਾਂ ਫਿਰ ਆਗਿਆ ਵਿੱਚ ਤੁਰਦੀ ਤੇ ਹੈ, ਚਲੋ ਦਿਸਦੀ ਹੈ ਤੁਰਦੀ ਹੋਈ, ਲੇਕਿਨ ਉਹਦਾ ਸੰਬੰਧ ਹੋਰ ਪੁਰਖਾਂ ਦੇ ਨਾਲ ਵੀ ਹੈ, ਤੇ ਭਾਈ ਸਾਹਿਬ ਕਹਿੰਦੇ ਕਿ ਨਹੀਂ, ਉਹ ਕੁਲਖਣੀ ਹੋਵੇਗੀ, ਉਹ ਦੁਹਾਗਣ ਹੋਵੇਗੀ, ਉਹ ਸਚਿਆਰੀ ਜਾਂ ਸੁਹਾਗਣ ਨਹੀਂ ਹੋ ਸਕਦੀ। ਸਿੱਖ ਸਚਿਆਰ ਬਣ ਸਕਦਾ ਹੈ ਜੇ ਸਿੱਖ ਕੇਵਲ ਇੱਕ ਗੁਰੂ ਦੇ ਸ਼ਬਦ ਦੇ ਸਿਧਾਂਤ ਦੇ ਅਨੁਸਾਰ ਚੱਲੇ, ਇੱਕ ਅਕਾਲ ਪੁਰਖ ਦੀ ਰਜ਼ਾ ਵਿੱਚ ਚੱਲੇ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇੱਕ ਛੋਟਾ ਜਿਹਾ ਤਰੀਕਾ ਹੈ ਬਈ ਕਿਵੇਂ ਸ਼ੁਰੂਆਤ ਹੋਵੇਗੀ, ਅੱਗੇ ਫਿਰ ਗੁਰੂ ਕਿਰਪਾ ਕਰੇਗਾ ਉਸ ਕਰਨੀ ਦੇ ਉੱਤੇ, ਗੁਰੂ ਆਪ ਆਪਣੀ ਰਹਿਮਤ ਵਰਸਾਏਗਾ ਤੇ ਉਹ ਜਿਵੇਂ ਬੀਜ ਬੋ ਦਿੱਤਾ ਨਾ, ਉਸ ਤੋਂ ਬਾਅਦ ਤੇ ਸਾਰੀ ਅੱਗੇ ਕਹਾਣੀ ਆਪਣੇ ਆਪ ਚੱਲ ਪੈਂਦੀ ਹੈ। ਗੁਰੂ ਦੀ ਕਿਰਪਾ ਦਾ ਜਿਉਂ-ਜਿਉਂ ਮੀਂਹ ਸਿੱਖ ਦੇ ਜੀਵਨ ਵਿੱਚ ਪਵੇਗਾ, ਉਹਦਾ ਸਿੱਖੀ ਦਾ ਲਾਇਆ ਹੋਇਆ, ਸਚਿਆਰ ਪੁਣੇ ਦਾ ਲਾਇਆ ਹੋਇਆ ਬੂਟਾ ਆਪਣੇ ਆਪ ਵਧੇਗਾ ਔਰ ਫੁੱਲੇਗਾ। ਜੀ ਕਿਆ ਪਿਆਰੀ ਗੱਲ ਵੀਰ ਜੀ ਆਪ ਜੀ ਨੇ ਕਹੀ ਹੈ। ਗੁਰਬਾਣੀ ਵੀ ਕਹਿੰਦੀ ਹੈ, ਵਾਹੋ ਵਾਹੋ ਪੂਰੇ ਗੁਰ ਕੀ ਬਾਣੀ, ਪੂਰੇ ਗੁਰ ਤੇ ਉਪਜੀ ਸਾਚ ਸਵਾਣੀ। ਇਹ ਬਾਣੀ ਸਾਡੇ ਲਈ ਹੁਕਮ ਹੈ। ਇਹ ਬਾਣੀ ਇੱਕ ਇੱਕ ਅੱਖਰ ਸਾਨੂੰ ਜੀਵਨ ਜਾਚ ਦਿੰਦਾ ਹੈ। ਜਿਹੜੀ ਗੱਲ ਵੀਰ ਜੀ ਸਮਝਾ ਰਹੇ ਨੇ, ਮਹਾਰਾਜ ਦੇ ਦਿੱਤੇ ਹੋਏ ਹੁਕਮਾਂ ਨੂੰ
ਉਹਨਾਂ ਦੇ ਦੱਸੇ ਰਸਤੇ ਨੂੰ ਅਪਣਾਣਾ ਹੀ ਸਚਿਆਰ ਹੋਣਾ ਹੈ, ਕਿਉਂਕਿ ਜੀ। ਸੁਣਦੇ ਸਾਰੀ ਦੁਨੀਆ ਸੁਣ ਰਹੀ ਹੈ। ਤੁਸੀਂ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੈ ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਏ ਪਾਏ, ਜਿਨ ਸਤਿਗੁਰ ਕੀ ਆਗਿਆ ਸਤ ਮਾਨੀ। ਮੰਨਣ ਵਾਲੇ ਦੇ ਭਾਗ ਨੇ। ਸੁਣਨ ਵਾਲੇ ਮੇਰੇ ਵਰਗੇ ਸੁਣਦੇ ਨੇ, ਸੁਣ ਸਾਰਾ ਦਿਨ ਤੁਸੀਂ ਦੇਖੋ ਅੱਜ ਅੱਧੀ ਦੁਨੀਆ ਸਵੇਰੇ ਕਥਾ ਸੁਣਦੀ ਹੈ, ਕੀਰਤਨ ਸੁਣਦੀ ਹੈ ਦਰਬਾਰ ਸਾਹਿਬ ਦਾ, ਲੇਕਿਨ ਸੁਣ ਕੇ ਅੱਗੇ ਜੋ ਕਰਨਾ ਹੈ, ਜੋ ਉਸਨੂੰ ਅਪਣਾਣਾ ਹੈ ਜੀਵਨ ਦੇ ਅੰਦਰ, ਜੇ ਉਹ ਨਹੀਂ ਕੀਤਾ ਤੇ ਫਿਰ ਕੁਝ ਨਹੀਂ ਕੀਤਾ। ਟਾਈਮ ਦਾ ਇੰਪਲੀਮੈਂਟੇਸ਼ਨ ਇਹ ਹੈ ਕਿ ਅਸੀਂ ਉਸਨੂੰ ਸਮਝੀਏ। ਵੀਰ ਜੀ ਅਗਲਾ ਸਵਾਲ ਜਿਹੜਾ ਆਇਆ ਹੈ ਉਹ ਬੜਾ ਡਿਫਰੈਂਟ ਹੈ, ਕਿਉਂਕਿ ਅੱਜ ਦੀ ਤਰੀਕੇ 'ਚ ਮੈਂ ਦੇਖਿਆ ਕਿ पेरेंटिंग ਜਿਹੜਾ ਉਹ ਸਭ ਤੋਂ ਟਫ ਜੌਬ ਹੈ। ਆਪਣੇ ਬੱਚਿਆਂ ਨੂੰ ਪਾਲਣਾ, ਆਪਣੇ ਬੱਚਿਆਂ ਨੂੰ ਸਿੱਧੇ ਰਸਤੇ ਪਾਣਾ। ਤੇ ਅਗਲਾ ਸਵਾਲ ਜੋ ਇਹੀ ਹੈ ਕਿ what are the efforts that parents should put in to inspire their children to become a ਸਚਿਆਰ ਸਿੱਖ। ਸਚਿਆਰ ਸਿੱਖ ਬਣਨ ਦੇ ਲਈ ਮਾਪਿਓ ਕੀ ਕਰਨ ਕਿ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਵੀ ਸੱਚ ਮਾਰਗ ਤੇ ਚੱਲਣ। ਪੇਰੈਂਟਿੰਗ ਦੇ ਤੌਰ ਤੇ ਕੁਐਸਚਨ ਹੈ, ਕਿਉਂਕਿ ਮਤਲਬ ਮੈਨੂੰ ਲੱਗਦਾ ਹੈ ਜ਼ਿੰਦਗੀ ਸਭ ਤੋਂ ਇੰਪੋਰਟੈਂਟ ਕੰਮ ਜਿਹੜਾ ਇਨਸਾਨ ਲਈ ਹੈ ਨਾ ਉਹ ਪੈਰੈਂਟਿੰਗ ਹੈ ਅੱਜ ਦੀ ਤਰੀਕੇ। ਦੇਖੋ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ, ਸਭ ਤੋਂ ਪਹਿਲੇ ਤੇ ਉਹਨਾਂ ਨੂੰ ਖੁਦ ਸਚਿਆਰ ਬਣਨਾ ਚਾਹੀਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ, ਕਿਉਂਕਿ ਜੇ ਪੇਰੈਂਟਸ ਖੁਦ ਸਚਿਆਰ ਨਹੀਂ ਹੋਣਗੇ ਤੇ ਉਹ ਆਪਣੀ ਸੰਤਾਨ ਨੂੰ ਸਚਿਆਰ ਬਣਨ ਦੇ ਮਾਰਗ ਵੱਲ ਕਿਵੇਂ ਪ੍ਰੇਰਿਤ ਕਰਨਗੇ। ਪਰ ਕਿਉਂਕਿ ਆਪ ਜੀ ਨੇ ਅੱਜ ਦੇ ਹਾਲਾਤਾਂ ਵਿੱਚ ਉਸ ਰੈਫਰੈਂਸ 'ਚ ਗੱਲ ਦਾ ਹੁਣ ਜ਼ਿਕਰ ਛੇੜਿਆ ਹੈ, ਤੇ ਦੇਖੋ ਮੈਨੂੰ ਗੱਲ ਕਹਿਣ 'ਚ ਕੋਈ ਗੁਰੇਜ਼ ਵੀ ਨਹੀਂ ਮਹਿਸੂਸ ਹੁੰਦਾ, ਕਿਉਂਕਿ ਗੁਰਬਾਣੀ ਦੀ ਗੱਲ ਜਿਤਨੀ ਸਪਸ਼ਟ ਕਰੀਏ ਨਾ ਔਰ ਬਿਲਕੁਲ ਸੱਚੀ ਕਰੀਏ ਤੇ ਅਸੀਂ ਖੁਦ ਵੀ ਫਿਰ ਸਚਿਆਰ ਬਣਨ ਦੇ ਵੱਲ ਪ੍ਰੇਰਿਤ ਹੁੰਦੇ ਹਾਂ। ਪ੍ਰਚਾਰਕ ਦਾ ਵੀ ਫਰਜ਼ ਹੈ ਤੇ ਸਰੋਤਿਆਂ ਦਾ ਵੀ ਫਰਜ਼ ਹੈ ਕਿ ਸੱਚ ਦੀ ਲੀਹ ਦੇ ਉੱਤੇ ਉਹ ਤੁਰਦੇ ਰਹਿਣ। ਅੱਜ ਦਾ ਜੋ ਅਜੋਕਾ ਸਮਾਂ ਅਸੀਂ ਵੇਖ ਰਹੇ ਹਾਂ ਨਾ, ਸਾਡੇ ਘਰਾਂ ਦੇ ਵਿੱਚ ਸਿੱਖੀ ਕੇਵਲ ਭੇਖ ਦੀ ਰਹਿ ਗਈ ਹੈ। ਬਹੁਤੇ ਥਾਵਾਂ ਤੋਂ ਤੇ ਭੇਖ ਵੀ ਚਲਾ ਗਿਆ। ਆਪ ਮੈਂ ਹੁਣ ਨਾਂ ਨਹੀਂ ਲਵਾਂਗਾ ਥਾਵਾਂ ਦੇ, ਆਪ ਦੇਖੋ ਕਿ ਜਿਹੜਾ ਸਿੱਖੀ ਦਾ ਸਵਰੂਪ ਸੀ ਜਿਹਨੂੰ ਅਸੀਂ ਭੇਖ ਕਹਿੰਦੇ ਹਾਂ, ਉਹਨੂੰ ਵੀ ਅੱਜ ਬਹੁਤੇ ਲੋਕਾਂ ਨੇ ਤਿਲਾਂਜਲੀ ਦੇ ਦਿੱਤੀ ਹੈ। ਤੇ ਜਿੱਥੇ ਭੇਖ ਮਾਤਰ ਹੈ ਉੱਥੇ ਜੀਵਨ ਨਹੀਂ ਮਿਲੇਗਾ। ਲੇਕਿਨ ਮੈਨੂੰ ਇਹ ਕਹਿਣ ਵਿੱਚ ਵੀ ਕੋਈ ਅਫਸੋਸ ਨਹੀਂ ਹੁੰਦਾ, ਬਲਕਿ ਵਡਿਆਈ ਹੁੰਦੀ ਹੈ, ਬਲਕਿ ਮਾਣ ਹੁੰਦਾ ਹੈ ਕਿ ਜਿਹੜੇ ਘਰ ਅੱਜ ਵੀ ਬਚੇ ਹੋਏ ਹਨ ਉਹਨਾਂ ਘਰਾਂ ਵਿੱਚ ਗੁਰੂ ਸਾਹਿਬ ਜੀ ਦੀ ਸਿੱਖੀ ਦੀ ਇਤਨੀ ਚੜ੍ਹਦੀ ਕਲਾ ਹੈ। ਲੇਕਿਨ ਫਿਰ ਉਹੀ ਗੱਲ, ਜਗ ਮੈਂ ਉੱਤਮ ਕਾਂਡੀਆਂ ਵਿਰਲੇ ਕਈ, ਉਹ ਘਰ ਬਿਲਕੁਲ ਵਿਰਲੇ ਹਨ। ਅਸੀਂ ਬਿਲਕੁਲ ਨਿਰਾਸ਼ ਵੀ ਨਹੀਂ ਹੋਣਾ ਇਸ ਗੱਲ ਤੋਂ। ਤੇ ਵੈਸੇ ਸਭ ਤੋਂ ਵੱਡੀ ਜਿਹੜੀ ਸਾਡੀ ਉਹਨਾਂ ਪੇਰੈਂਟਸ ਵਾਸਤੇ ਜਿਹੜੀ ਇੱਕ ਕਹਿ ਲਈਏ ਕਿ ਇੰਸਪਾਇਰਿੰਗ ਜੇ ਇੱਕ ਵਿਚਾਰ ਹੋਏਗੀ ਕਿ ਉਹਨਾਂ ਪਰਿਵਾਰਾਂ ਵੱਲ ਉਹ ਵੇਖਣ, ਉਹਨਾਂ ਪਰਿਵਾਰਾਂ ਤੋਂ ਇੰਸਪਾਇਰ ਹੋਣ ਜਿਹੜੇ ਆਪਣੇ ਬੱਚਿਆਂ ਨੂੰ ਸੱਚਮੁੱਚ ਸਿੱਖੀ ਦੇ ਸਿਧਾਂਤਾਂ ਦੇ ਅਨੁਸਾਰ ਤੋਰ ਰਹੇ ਹਨ। ਮੈਂ ਐਸੇ ਪਰਿਵਾਰ ਖੁਦ ਦੇਖੇ ਹਨ, ਦੇਹਰਾਦੂਨ ਵਿੱਚ ਹੀ ਹਨ, ਜਿਹੜੇ ਖੁਦ ਆਪ ਨਿਤਨੇਮ ਦੇ ਵਿੱਚ ਆਉਂਦੇ ਹਨ, ਆਪਣੇ ਬੱਚਿਆਂ ਨੂੰ ਆਪ ਲੈ ਕੇ ਆਉਂਦੇ ਹਨ, ਆਪਣੇ ਬੱਚਿਆਂ ਨੂੰ ਗੁਰੂ ਘਰ ਨਾਲ ਜੋੜਦੇ ਹਨ। ਤੇ ਇਹੀ ਸਭ ਕੁਝ ਸਾਨੂੰ ਆਪਣੇ ਬੱਚਿਆਂ ਨੂੰ ਸਚਿਆਰ ਬਣਾਉਣ ਵਾਸਤੇ ਕਰਨਾ ਪਵੇਗਾ। ਆਪ ਵੇਖਣਾ, ਅਗਰ ਪਿਤਾ ਖੁਦ ਸ਼ਰਾਬੀ ਹੈ ਤੇ ਉਹ ਬੱਚੇ ਨੂੰ ਕਿਵੇਂ ਕਹੇਗਾ ਵੀ ਬੇਟਾ ਤੂੰ ਸ਼ਰਾਬ ਨਾ ਪੀ। ਅਗਰ ਮਾਂ ਖੁਦ ਬੇਮੁਖ ਹੈ ਤੇ ਉਹਦੇ ਬੱਚਿਆਂ ਤੋਂ ਕੀ ਉਮੀਦ ਕਰੋਗੇ। ਬਾਣੀ 'ਚ ਨਾ ਗੁਰੂ ਨਾਨਕ ਸਾਹਿਬ ਜੀ ਦਾ ਬਿਹਾਗੜੇ ਕੀ ਵਾਰ ਵਿੱਚ ਸ਼ਾਇਦ ਇੱਕ ਸ਼ਲੋਕ ਆਉਂਦਾ ਹੈ ਬੜਾ ਕਮਾਲ ਦਾ। ਸਤਿਗੁਰੂ ਕਹਿੰਦੇ, ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਿਨੂਰਾ ਧੀ ਜਿਨੂਰੀ, ਜ਼ੋਰੂ ਜਿਨ੍ਹਾਂ ਦਾ ਸਿਕਦਾ। ਮੈਂ ਪੜ੍ਹ ਕੇ ਹੈਰਾਨ ਹੋ ਗਿਆ। ਗੁਰੂ ਨਾਨਕ ਸਾਹਿਬ ਨੇ ਤਕਰੀਬਨ ਉਹੀ 550 ਸਾਲ ਪਹਿਲਾਂ, 500 ਸਾਲ ਪਹਿਲਾਂ ਉਸ ਵੇਲੇ ਵੀ ਇਹ ਦਸ਼ਾ ਸੀ, ਪਰ ਅੱਜ ਉਹ ਦਸ਼ਾ ਇਤਨੀ ਆਖ ਦਈਏ ਕਿ ਵਿਗੜ ਚੁੱਕੀ ਹੈ ਕਿ ਅੱਜ ਹੂ ਬਹੂ ਉਹੀ ਦਸ਼ਾ, ਲੇਕਿਨ ਹੋਰ ਕ੍ਰਿਟੀਕਲ ਹਾਲਤ, ਹੋਰ ਵਿਗੜੀ ਹੋਈ ਹਾਲਤ 'ਚ ਸਾਨੂੰ ਘਰਾਂ ਦਾ ਹਾਲ ਦਿਖਦਾ ਹੈ। ਸਤਿਗੁਰੂ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਜਿਨ ਕਹਿੰਦੇ ਨੇ ਭੂਤ ਨੂੰ, ਭੂਤਨਿਆਂ ਨੂੰ। ਤੇ ਬਾਣੀ ਵਿੱਚ ਵੈਸੇ ਭੂਤਨਾ ਸ਼ਬਦ ਉਹਨਾਂ ਲੋਕਾਂ ਲਈ ਆਇਆ ਹੈ ਜਿਹੜੇ ਆਪਣੇ ਜੀਵਨ ਦੀ ਤਾਲ ਗਵਾ ਬੈਠੇ ਹਨ, ਜਿਹੜੇ ਜੀਵਨ ਤੋਂ ਬੇਤਾਲੇ ਹੋ ਚੁੱਕੇ ਨੇ। ਉਹਨਾਂ ਦੀ ਜੀਵਨ ਵਿੱਚ ਨਾ ਗੁਰਮਤਿ ਦੇ ਸਿਧਾਂਤਾਂ ਦਾ ਤਾਲ ਨਹੀਂ ਹੈ, ਗੁਰੂ ਦੇ ਨਾਲ ਤਾਲਮੇਲ ਜਿਨ੍ਹਾਂ ਦਾ ਨਹੀਂ, ਉਹਨਾਂ ਨੂੰ ਬਾਣੀ ਭੂਤਨਾ ਕਹਿੰਦੀ ਹੈ, ਬੇਤਾਲਾ ਕਹਿੰਦੀ ਹੈ। ਤੇ ਸਤਿਗੁਰੂ ਆਖਦੇ, ਕਹਿੰਦੇ ਇਸ ਕਲਯੁਗ ਦੇ ਵਿੱਚ ਸੱਚਮੁੱਚ ਭੂਤਨੇ ਜੰਮ ਰਹੇ ਹਨ, ਬੇਤਾਲੇ ਲੋਕ ਜੰਮ ਰਹੇ ਹਨ। ਭਾਵ ਇੱਕ ਘਰ ਹੋਏਗਾ, ਘਰ ਵਿੱਚ ਸਿਰਫ 4 ਜੀਵ ਹੋਣਗੇ, ਪਿਤਾ, ਮਾਤਾ, ਪੁੱਤਰ ਤੇ ਧੀ। ਇਹ ਲਾ ਲਓ, ਅੱਜ ਕੱਲ ਨਿਊਕਲੀਅਰ ਫੈਮਿਲੀਜ਼ ਹੁੰਦੀਆਂ ਹਨ, ਪਹਿਲੇ ਜੁਆਇੰਟ ਫੈਮਿਲੀ ਹੁੰਦੀਆਂ ਸਨ, ਪਰ ਅੱਜ ਕੱਲ ਬਹੁਤੀ ਵਾਰ ਸਾਨੂੰ 4 ਜਾਂ 3 ਦਾ ਪਰਿਵਾਰ ਮਿਲੇਗਾ, 4 ਦਾ ਮਿਲੇਗਾ, ਕਿਤੇ ਕਿਤੇ 5 ਦਾ ਮਿਲ ਜਾਏਗਾ। ਪਰ ਸਤਿਗੁਰੂ ਨੇ 500 ਸਾਲ ਪਹਿਲੇ ਕਹਿ ਦਿੱਤਾ, ਕਹਿੰਦੇ ਜੇ 4 ਜੀਵਾਂ ਦਾ ਪਰਿਵਾਰ ਵੀ ਹੋਏਗਾ
पिता मां पुत्र ते धी, सतगुरु कहते चारों भूत ने होणगे, चारियां दी दिशावां, चारियां दा मूंह चारे दिशावां वल होएगा। ਅਸੀਂ ਅੱਜ ਵੇਖਦੇ ਹਾਂ ਪੁੱਤਰ ਦਾ ਜਿਹੜਾ ਸੁਭਾਅ ਹੈ ਪਿਓ ਨਾਲ ਨਹੀਂ ਮਿਲਦਾ, ਧੀ ਦਾ ਮਾਂ ਨਾਲ ਨਹੀਂ ਮਿਲਦਾ, ਆਪਸ ਵਿੱਚ ਵਿਚਾਰਧਾਰਾ ਨਹੀਂ ਮਿਲਦੀ, ਸਾਰਿਆਂ ਦੇ ਮੂੰਹ ਵੱਖ-ਵੱਖ, ਸਾਰਿਆਂ ਦੇ ਸਰਕਲਸ ਵੱਖ-ਵੱਖ, ਸਾਰਿਆਂ ਦੀ ਸੋਚਣੀ ਵੱਖ-ਵੱਖ, ਤੇ ਫਿਰ ਘਰ ਵਿੱਚ ਏਕਾ ਜਾਂ ਘਰ ਵਿੱਚ ਸਚਿਆਰ ਪੁਣੇ ਦੀ ਉਮੀਦ ਕਿਵੇਂ ਕਰਾਂਗੇ। ਇਸ ਕਰਕੇ ਸਭ ਤੋਂ ਪਹਿਲੇ ਸਾਨੂੰ ਨਾ ਉਹ ਜੋ ਡਿਫਰੈਂਸਿਸ ਹੈਗੇ ਨੇ ਉਹਨਾਂ ਨੂੰ ਦੂਰ ਕਰਕੇ ਤੇ ਕਿਸੇ ਇੱਕ ਪੁਆਇੰਟ ਦੇ ਉੱਤੇ ਸਾਨੂੰ ਘੱਟੋ ਘੱਟ ਇਕੱਠੇ ਹੋਣਾ ਪਵੇਗਾ। ਹੁਣ ਉਹ ਇੱਕ ਪੁਆਇੰਟ ਕਿਹੜਾ ਹੋਵੇ? ਇੱਕ ਪੁਆਇੰਟ ਹੋ ਸਕਦਾ ਹੈ ਗੁਰੂ ਦੇ ਸਿਧਾਂਤ, ਗੁਰੂ ਦੀ ਮੱਤ, ਕਿਉਂਕਿ ਮੈਂ ਖੁਦ ਪ੍ਰੈਕਟੀਕਲੀ ਆਪਣੇ ਜੀਵਨ 'ਚ ਅਨੁਭਵ ਕੀਤਾ ਹੈ ਕਿ ਤੁਸੀਂ ਵੇਖੋ ਚਾਰ ਬੰਦਿਆਂ ਦੀ ਮੱਤ ਹੋਵੇ ਨਾ, ਇੱਕ ਬੰਦੇ ਦੀ ਮੱਤ, ਇੱਕ ਦੀ ਵਿਚਾਰਧਾਰਾ ਦੂਸਰੇ ਨਾਲ ਨਹੀਂ ਰਲੇਗੀ, ਪਰ ਜੇ ਚਾਰੇ ਗੁਰੂ ਦੀ ਮੱਤ ਨੂੰ ਲੈ ਕੇ ਉਹਨੂੰ ਧੁਰਾ ਬਣਾ ਲੈਣ ਤੇ ਇਹ ਸੋਚਣ ਕਿ ਅਸੀਂ ਚਾਰੇ ਗੁਰੂ ਦੀ ਮੱਤ ਦੇ ਅਧੀਨ ਹੋ ਜਾਵਾਂਗੇ। ਜਿਵੇਂ ਇਹਨੂੰ ਇਹ ਸਮਝ ਲਵਾਂ ਕਿ ਸਾਡੇ ਸੋਲਰ ਸਿਸਟਮ ਵਿੱਚ ਪਲੈਨਟਸ ਹਨ, ਸਾਰਿਆਂ ਦਾ ਕਹਿ ਲਓ ਰੈਵੋਲੂਸ਼ਨ ਟਾਈਮ ਬਿਲਕੁਲ ਵੱਖ ਹੈ, ਉਹਨਾਂ ਦਾ ਆਰਬਿਟ ਬਿਲਕੁਲ ਵੱਖ ਹੈ, ਲੇਕਿਨ ਇੱਕ ਕਾਮਨ ਚੀਜ਼ ਹੈ, ਸਾਰੇ ਪਰਿਕਰਮਾ ਸੂਰਜ ਦੀ ਕਰਦੇ ਹਨ। ਬਿਲਕੁਲ ਇਸੇ ਤਰ੍ਹਾਂ ਠੀਕ ਹੈ, ਸਾਡੀ ਉਮਰ ਵੱਖ ਹੋ ਸਕਦੀ ਹੈ, ਸਾਡੇ ਅੰਦਰ ਦੇ ਕਹਿ ਲਓ ਭਾਵ ਵੱਖ ਹੋ ਸਕਦੇ ਹਨ, ਸਾਡਾ ਬਾਹਰ ਦਾ ਸੋਸ਼ਲ ਸਰਕਲ ਵੱਖ ਹੋ ਸਕਦਾ ਹੈ ਆਪਣੀ ਏਜ ਦੇ ਮੁਤਾਬਕ, ਲੇਕਿਨ ਇੱਕ ਚੀਜ਼ ਸਾਡੇ ਵਿੱਚ ਸਾਰਿਆਂ ਵਿੱਚ ਸਿੱਖਾਂ ਵਿੱਚ ਕਾਮਨ ਹੋਵੇ ਕਿ ਅਸੀਂ ਧੁਰਾ ਆਪਣੇ ਗੁਰੂ ਨੂੰ ਬਣਾਈਏ, ਗੁਰੂ ਦੀ ਵਿਚਾਰਧਾਰਾ ਨੂੰ ਬਣਾਈਏ। ਕਿਉਂਕਿ ਜਿਸ ਦਿਨ ਤੋਂ ਅਸੀਂ ਗੁਰੂ ਦੀ ਵਿਚਾਰਧਾਰਾ ਤੋਂ ਟੁੱਟੇ ਨਾ, ਉਸ ਦਿਨ ਤੋਂ ਸਾਡੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ ਮਨਮਤ ਦਾ ਐਸਾ ਆਖ ਦੇਈਏ ਵੀ ਬੀਜ ਪੁੰਗਰਨਾ ਸ਼ੁਰੂ ਹੋ ਗਿਆ, ਜਿਸ ਨੇ ਅਸਲ ਜਿਹੜੀ ਖੇਤੀ ਸੀ ਨਾ ਸਾਡੀ ਗੁਰਸਿੱਖੀ ਦੀ, ਉਹਨੂੰ ਖਾਣਾ ਸ਼ੁਰੂ ਕਰ ਦਿੱਤਾ। ਉਹ ਸਾਡੇ ਘਰਾਂ ਚੋਂ ਸਾਰੀ ਅਸਲ ਤੱਤ ਦੀ ਵਿਚਾਰ ਨਿਕਲ ਗਈ। ਤੇ ਸਵਾਲ ਸੀ ਕਿ ਬੱਚਿਆਂ ਨੂੰ ਸਚਿਆਰ ਬਣਾਉਣ ਵਾਸਤੇ ਪੇਰੈਂਟਸ ਕੀ ਕਰਨ। ਸਭ ਤੋਂ ਪਹਿਲੀ ਗੱਲ ਜੇ ਜਿਹੜੇ ਪੇਰੈਂਟਸ ਹਨ ਉਹ ਆਪ ਸਚਿਆਰ ਬਣਨ। ਇਹਦੇ ਲਈ ਕੀ ਕਰਨ ਜੀ? ਕੁਝ ਐਫਰਟਸ ਹੈਗੇ ਨੇ, ਉਹ ਮੈਂ ਆਪ ਜੀ ਦੇ ਨਾਲ ਸਾਂਝੇ ਕਰ ਦਿੰਦਾ ਵਾਂ, ਜਿਹੜੇ ਉਹ ਕਰ ਸਕਦੇ ਹਨ। ਸਭ ਤੋਂ ਪਹਿਲੇ ਤੇ ਉਹ ਆਪ ਬੱਚਿਆਂ ਦੇ ਸਹਿਤ ਰੋਜ਼ ਸੰਗਤ ਵਿੱਚ ਆਉਣਾ ਸ਼ੁਰੂ ਕਰਨ। ਸਭ ਤੋਂ ਪਹਿਲੀ ਵਿਚਾਰਧਾਰਾ ਇਹ, ਜੇ ਉਹ ਸੰਗਤ ਵਿੱਚ ਰੋਜ਼ ਨਹੀਂ ਆ ਰਹੇ, ਜੇ ਉਹ ਗੁਰਦੁਆਰੇ ਰੋਜ਼ ਨਹੀਂ ਆ ਰਹੇ, ਜੇ ਉਹ ਗੁਰੂ ਘਰ ਦੀ ਹਾਜ਼ਰੀ ਰੋਜ਼ ਨਹੀਂ ਭਰ ਰਹੇ, ਤੇ ਖਿਮਾ ਕਰਿਓ ਕਿ ਸਚਿਆਰ ਬਣਨ ਦੀ ਜਿਹੜੀ ਪਹਿਲੀ ਪੌੜੀ ਹੈ ਨਾ, ਉਹ ਉਹਨਾਂ ਨੇ ਹਲੇ ਤੱਕ ਨਹੀਂ ਅਪਣਾਈ। ਪਹਿਲੀ ਪੌੜੀ ਸੰਗਤ ਤੋਂ ਹੀ ਸ਼ੁਰੂ ਹੁੰਦੀ ਹੈ। ਉਹਨਾਂ ਨੂੰ ਘੱਟੋ ਘੱਟ, ਵੈਸੇ ਤੇ 2 ਵੇਲੇ ਦੀ ਸੰਗਤ ਹੈ, ਪਰ ਚਲੋ ਅੱਜ ਦੇ ਸਮੇਂ ਵਿੱਚ ਅਸੀਂ ਆਖ ਦਈਏ ਘੱਟੋ ਘੱਟ 1 ਵੇਲੇ ਦੀ ਸੰਗਤ ਤੇ ਉਹ ਆਪਣੇ ਪਰਿਵਾਰ ਦੇ ਨਾਲ, ਆਪਣੇ ਬੱਚਿਆਂ ਨਾਲ ਕਰਨ। ਫਿਰ ਦੂਸਰੀ ਚੀਜ਼ ਹੈ ਕਿ ਉਹ ਆਪ ਗੁਰਬਾਣੀ ਪੜ੍ਹਨ ਤੇ ਆਪਣੇ ਬੱਚਿਆਂ ਨੂੰ ਗੁਰਬਾਣੀ ਪੜ੍ਹਾਉਣ। ਪੇਰੈਂਟਸ ਨੂੰ ਖੁਦ ਚਾਹੀਦਾ ਹੈ ਗੁਰਬਾਣੀ ਪੜ੍ਹਨੀ ਤੇ ਬੱਚਿਆਂ ਨੂੰ ਪੜ੍ਹਾਉਣੀ। ਫਿਰ ਆਪ ਹੱਥੀ ਸੇਵਾ ਕਰਨ ਤੇ ਆਪ ਆਪਣੇ ਬੱਚਿਆਂ ਤੋਂ ਹੱਥੀ ਸੇਵਾ ਕਰਾਉਣ, ਉਹਨਾਂ ਨੂੰ ਇੰਸਪਾਇਰ ਕਰਨ ਕਿ ਤੁਸੀਂ ਹੱਥੀ ਸੇਵਾ ਕਰੋ। ਮੈਂ ਵੇਖਦਾ ਹਾਂ, ਆਪ ਜੀ ਨੇ ਵੀ ਵੇਖਿਆ ਹੋਏਗਾ ਕਿ ਜਿਸ ਸਮੇਂ ਅਸੀਂ ਛੋਟੇ ਸਾਂ ਤੇ ਸਾਨੂੰ ਸ਼ੌਂਕ ਹੁੰਦਾ ਸੀ ਹੱਥੀ ਸੇਵਾ ਕਰਨ ਦਾ। ਅੱਜ ਦੇ ਜਨਰੇਸ਼ਨ ਵਿੱਚ ਨਾ, ਸੱਚ ਜਾਣਦਾ, ਮੈਂ ਇਹ ਚੀਜ਼ ਵੇਖ ਕੇ ਹੈਰਾਨ ਹੁੰਦਾ ਹਾਂ ਕਿ ਹੱਥੀ ਸੇਵਾ ਕਰਨ ਦਾ ਸ਼ੌਂਕ ਬਿਲਕੁਲ ਨਿਕਲ ਚੁੱਕਿਆ ਹੈ। ਸ਼ਾਇਦ ਤੁਹਾਡੇ ਨਾਲ ਹੀ ਕੁਝ ਸੈਸ਼ਨਸ ਪਹਿਲੇ ਇੱਕ ਗੱਲ ਵੀ ਹੋਈ ਸੀ ਲੰਗਰ ਨੂੰ ਲੈ ਕੇ, ਮੈਨੂੰ ਯਾਦ ਆ ਰਹੀ ਹੈ ਗੱਲ, ਜਦੋਂ ਅਸਾਂ ਵਿਚਾਰ ਕੀਤੀ ਸੀ ਕਿ ਆਪ ਸੰਗਤ ਲੰਗਰ ਤਿਆਰ ਕਰੇ, ਆਪ ਪ੍ਰਸ਼ਾਦਾ ਤਿਆਰ ਕਰੇ, ਗੁਰੂ ਘਰ ਨੂੰ ਆਪ ਮੇਨਟੇਨ ਕਰੇ। ਹੁਣ ਅਸੀਂ ਕੀ ਕਰਦੇ ਹਾਂ, ਉਹ ਸਭ ਕੁਝ ਪੈਸੇ ਦੇ ਕੇ ਕਰਾਉਣਾ ਸ਼ੁਰੂ ਕਰ ਦਿੱਤਾ। ਤੇ ਹੋਇਆ ਕੀ ਕਿ ਉਹਦੇ ਨਾਲ ਸਾਡਾ ਜਿਹੜਾ ਇੱਕ ਸੇਵਾ ਵਾਲਾ ਪੱਖ ਸੀ ਉਹ ਟੁੱਟ ਗਿਆ। ਗੁਰੂ ਨਾਲ ਜਿਹੜੀ ਨਜ਼ਦੀਕੀ ਸੇਵਾ ਰਾਹੀਂ ਬਣਨੀ ਸੀ ਨਾ, ਉਹ ਨਜ਼ਦੀਕੀ ਟੁੱਟ ਗਈ। ਇਸ ਤਰਫ ਅਸੀਂ ਇਤਿਹਾਸ ਪੜ੍ਹੀਏ ਆਪਣਾ, ਤੇ ਸੇਵਾ ਕਰਕੇ ਬਾਬੇ ਲੈਣੇ ਨੇ ਕਿਹੜਾ ਮਰਤਬਾ ਪਾ ਲਿਆ ਹੁਕਮ ਮੰਨ ਕੇ। ਬਾਬਾ ਅਮਰਦਾਸ ਸੇਵਾ ਕਰਕੇ ਦੇਖੋ ਦਾਸ ਬਣ ਕੇ ਆਏ, ਘਰ ਦੇ ਮਾਲਕ ਬਣ ਕੇ। ਭਾਈ ਜੇਠਾ ਜੀ ਸੇਵਾ ਕਰਕੇ ਅੱਜ ਧੰਨ ਗੁਰੂ ਰਾਮਦਾਸ ਜੀ ਅਸੀਂ ਆਖਦੇ ਹਾਂ। तो सेवा का इतना ਵੱਡਾ ਮਰਤਬਾ है। आप अपने हथी सेवा करन, अपने ਬੱਚਿਆਂ ਨੂੰ सेवा ਵੱਲ प्रेरित करन। ਇਹ ਤੇ ਹੋਈ ਜਦੋਂ ਗੁਰੂ ਘਰ ਦੇ ਨਾਲ, ਗੁਰਦੁਆਰੇ ਨਾਲ ਜੁੜੇ ਹਨ। ਫਿਰ ਜਦੋਂ ਘਰ ਵਿੱਚ ਆਣ ਤੇ ਘਰ ਵਿੱਚ ਬਜਾਏ ਲੋਕਾਂ ਦੀ ਨਿੰਦਿਆ ਚੁਗਲੀ ਕਰਨ ਦੇ, ਹੁਣ ਹੁੰਦਾ ਕੀ ਹੈ, ਮਾਂ-ਬਾਪ ਆਪ ਨਾ ਕਿਸੇ ਥਰਡ ਪਰਸਨ ਦੀ ਗੱਲ ਲੈ ਕੇ ਬਹਿ ਜਾਂਦੇ ਹਨ। ਜਦੋਂ ਤੇ ਬੱਚੇ ਛੋਟੇ ਹੁੰਦੇ ਹਨ, ਉਹਨਾਂ ਨੂੰ ਵਿੱਚ ਬੋਲਣ ਨਹੀਂ ਦਿੱਤਾ ਜਾਂਦਾ, ਲੇਕਿਨ ਉਹ ਕੋਲ ਬਹਿ ਕੇ ਸੁਣਦੇ ਰਹਿੰਦੇ ਹਨ। ਇਹਦਾ ਅਰਥ ਕਿਸੇ ਸਾਰੀ ਨਿੰਦਿਆ ਚੁਗਲੀ ਉਹਨਾਂ ਦੇ ਅੰਦਰ ਚਲੀ ਗਈ। ਸਾਰੀਆਂ ਨੈਗੇਟਿਵ ਵਿਚਾਰਾਂ ਲੋਕਾਂ ਦੀਆਂ, ਜਿਨ੍ਹਾਂ ਨਾਲ ਸਾਡਾ ਕੀ ਵਾਸ ਸੀ, ਸਾਨੂੰ ਕੀ ਕਰਨਾ ਸੀ ਉਸ ਚੀਜ਼ ਨਾਲ, ਉਹ ਸਭ ਉਹਨਾਂ ਦੇ ਅੰਦਰ ਚਲੀ ਗਈ। ਯਤਨ ਇਹ ਹੋਵੇ ਕਿ ਘਰ ਦੇ ਵਿੱਚ ਅਗਰ ਕੋਈ ਗੱਲ ਕਰਨੀ ਹੈ ਤੇ ਗੁਰਬਾਣੀ ਦੇ ਟੌਪਿਕਸ ਤੇ ਗੱਲ ਹੋਵੇ। ਇਹਦੇ ਲਈ ਸਭ ਤੋਂ ਉੱਤਮ ਤਰੀਕਾ ਇਹ ਹੈ ਕਿ ਘਰ ਵਿੱਚ ਗੁਰਬਾਣੀ ਦੇ ਅਰਥ ਰੱਖ ਲਏ ਜਾਣ ਤੇ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਏ ਵੀ ਤੁਸੀਂ ਸਾਨੂੰ ਬਾਣੀ ਦੇ ਅਰਥ ਪੜ੍ਹ ਕੇ ਸੁਣਾਓ, ਇਨਾਮ ਦਿੱਤੇ ਜਾਣ, ਕੋਈ ਇਸ ਤਰ੍ਹਾਂ ਦਾ ਮਾਹੌਲ ਕ੍ਰੀਏਟ ਕੀਤਾ ਜਾਏ। ਫਿਰ ਇਤਿਹਾਸ ਦਾ ਜ਼ਿਕਰ ਹੋਵੇ, ਗੁਰੂ ਸਾਹਿਬਾਨ ਦੇ ਜੀਵਨ ਬਾਰੇ ਵਿਚਾਰ ਹੋਵੇ,
ਬੱਚਿਆਂ ਨੂੰ ਗੁਰਮੁਖੀ ਸਿਖਾ ਕੇ ਤੇ ਸਹਿਜ ਪਾਠ ਨਾਲ ਜੋੜਿਆ ਜਾਵੇ। ਇੱਕ ਬੇਸਿਕ ਜਿਹਾ ਤਰੀਕਾ ਹੈ ਕਿ ਬੱਚਾ ਅਗਰ ਉਸ ਨੂੰ ਇਸ ਤਰੀਕੇ ਦੀ ਜਾਗ ਬਚਪਨ ਤੋਂ ਲਾ ਦਿੱਤੀ ਗਈ ਤੇ ਉਹ ਸਚਿਆਰ ਬਣਨ ਦੇ ਮਾਰਗ ਤੇ ਤੁਰੇਗਾ। ਮਤਲਬ ਅਰਮਤਾ ਉਹਦੀ ਹੋ ਜਾਏਗੀ, ਵਾਲ ਉਹਨੂੰ ਲੱਗ ਜਾਏਗੀ ਜੇ ਉਹਨੂੰ ਸਿੱਖੀ ਸਿਧਾਂਤਾਂ ਦੀ ਸਮਝ ਇਸ ਤਰੀਕੇ ਨਾਲ ਪੈ ਗਈ ਸੰਗਤ ਵਿੱਚ ਔਰ ਆਪਣੇ ਪਰਿਵਾਰ ਦੇ ਵਿੱਚ। ਤੇ ਜੇ ਸੰਗਤ ਔਰ ਪਰਿਵਾਰ ਵਿੱਚ ਉਹਨੂੰ ਸਿੱਖੀ ਸਿਧਾਂਤ ਨਹੀਂ ਮਿਲੇ, ਅਸੀਂ ਵੇਖਦੇ ਹਾਂ ਬਾਹਰ ਜਾ ਕੇ ਫਿਰ ਅੱਜ ਕੀ ਕੁਝ ਹੁੰਦਾ ਹੈ। ਬੱਚਾ ਪਤਿਤ ਵੀ ਹੋ ਰਿਹਾ ਹੈ, ਬੱਚਾ ਨਸ਼ਿਆਂ ਦੇ ਵਿੱਚ ਵੀ ਪੈ ਰਿਹਾ ਹੈ, ਕੁਸੰਗਤ ਵਿੱਚ ਵੀ ਪੈ ਰਿਹਾ ਹੈ, ਸਿੱਖੀ ਦੇ ਸਰੂਪ ਨੂੰ ਵੀ ਉਹਨੇ ਤਿਲਾਂਜਲੀ ਦੇ ਦਿੱਤੀ। ਇਸ ਕਰਕੇ ਜੇ ਉਹਨਾਂ ਨੂੰ ਸਚਿਆਰ ਬਣਾਉਣਾ ਹੈ, ਉਹਨਾਂ ਨੂੰ ਇੰਜ ਆਖਦੇ ਬਾਣੀ ਤੇ ਬਾਣਾ ਦੋਨਾਂ ਦੀ ਸੂਝ ਦੇਣੀ ਪਵੇਗੀ। ਜੀਵਨ ਜਾਂਚ ਜਿਹੜੀ ਸਿੱਖੀ ਦੀ ਜਾਂਚ ਹੈ ਉਹਨਾਂ ਨੂੰ ਸਾਨੂੰ ਘਰੋਂ ਸਿਖਾਣੀ ਪਵੇਗੀ, ਸੰਗਤ ਵਿੱਚ ਲਿਆ ਕੇ ਉਹਨੂੰ ਹੋਰ ਦ੍ਰਿੜ ਕਰਾਉਣਾ ਪਵੇਗਾ। ਤੇ ਜੋ ਸੰਗਤ ਚੋਂ ਸਿੱਖ ਕੇ ਆਏ ਹਾਂ ਉਹਨੂੰ ਫਿਰ ਘਰ ਦੇ ਵਿੱਚ ਵਾਰ-ਵਾਰ ਪ੍ਰੈਕਟਿਸ ਕਰਾਉਣਾ ਪਵੇਗਾ। ਤਰੀਕੇ ਉਹੀ ਮੈਂ ਵਰਤੇ ਕਿ ਸੰਗਤ ਵਿੱਚ ਲਿਆਓ, ਗੁਰਬਾਣੀ ਪੜਾਓ, ਹੱਥੀ ਸੇਵਾ ਕਰਾਓ। ਇਸੇ ਪ੍ਰਕਾਰ ਗੁਰਬਾਣੀ ਦੇ ਟੌਪਿਕਸ ਤੇ ਗੱਲ ਹੋਵੇ ਤੇ ਇਤਿਹਾਸ ਦਾ, ਗੁਰੂ ਸਾਹਿਬਾਨ ਦੇ ਜੀਵਨ ਦਾ ਜ਼ਿਕਰ ਹੋਵੇ। ਗੁਰਮੁਖੀ ਪੜਾਓ ਬੱਚਿਆਂ ਨੂੰ ਤਾਂ ਕਿ ਉਹ ਸਹਿਜ ਪਾਠ ਨਾਲ ਜੁੜ ਸਕਣ। ਇਹ ਕੁਝ ਬੇਸਿਕਸ ਜੇ ਤਰੀਕੇ ਜੋ ਮੈਨੂੰ ਸਮਝ ਆਉਂਦੇ ਹਨ ਕਿ ਬੱਚਿਆਂ ਨੂੰ ਸਚਿਆਰ ਬਣਾਉਣ ਵਿੱਚ ਅਸੀਂ ਅਰਮਤਾ ਦੇ ਇਹ ਕੁਝ ਤਰੀਕੇ ਵਰਤ ਸਕਦੇ ਹਾਂ। ਬਾਕੀ ਇਸ ਤੋਂ ਅੱਗੇ ਫਿਰ ਗੁਰੂ ਸਾਹਿਬ ਆਪ ਕਿਰਪਾ ਕਰਦੇ ਨੇ, ਉਹਨਾਂ ਦੀ ਕਿਰਪਾ ਬੜੀ ਬੇਅੰਤ ਹੁੰਦੀ ਹੈ। ਪਰ ਜਦੋਂ ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ, ਇਹ ਪਹਿਲਾ ਪੈਂਡਾ ਤੇ ਅਸੀਂ ਤੈਅ ਕਰੀਏ। ਬਹੁਤ ਸੋਹਣਾ ਜੀ, ਬਹੁਤ ਸੋਹਣਾ। ਸ੍ਰੀ ਰਾਗ ਮਹੱਲਾ ਤੀਜਾ ਗੁਰੂ ਅਮਰਦਾਸ ਜੀ ਦੀ ਬਾਣੀ ਹੈ, ਕਹਿੰਦੇ ਅੰਮ੍ਰਿਤ ਛੋੜ ਵਿਖਿਆ ਲੋਭਾਣਾ, ਸੇਵਾ ਕਰੇ ਵਿਡਾਣੀ, ਆਪਣਾ ਧਰਮ ਗਵਾਵੇ ਬੂਝੈ ਨਾਹੀ, ਅੰਧਨ ਦੁਖ ਵਿਹਾਣੀ, ਮਨਮੁਖ ਅੰਧ ਨ ਚੇਤਈ, ਡੂਬ ਮੂਏ ਬਿਨ ਪਾਣੀ, ਡੂਬ ਮੂਏ ਬਿਨ ਪਾਣੀ। ਕਿਆ ਗੁਰੂ ਸਾਹਿਬ ਗੱਲ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਉਹ ਲੋਕ ਜਿਹੜੇ ਅੰਮ੍ਰਿਤ ਛੋੜ ਕੇ ਲਾਲਚੀ ਹੋ ਕੇ ਜਿਹੜਾ ਪੋਇਜ਼ਨ ਹੈ ਨਾ, ਉਹ ਜ਼ਹਿਰ ਵਿਖਿਆ, ਉਹ ਉਹਦੀ ਸੇਵਾ ਵਿੱਚ ਲੱਗ ਕੇ ਰੱਬ ਦੀ ਸੇਵਾ ਛੋੜ ਦਿੰਦੇ ਨੇ। ਮਾਇਆ ਦੀ ਗੱਲ ਇੱਥੇ ਗੁਰੂ ਸਾਹਿਬ ਕਰ ਰਹੇ ਨੇ। ਹੁੰਦਾ ਕਿ ਆਪਣਾ ਧਰਮ ਗਵਾਵੇ ਬੂਝੇ ਨਾਹੀ, ਅੰਧੇ ਦੁੱਖ ਵਿਹਾਣੀ। ਉਹ ਫਿਰ ਆਪਣਾ ਜਿਹੜਾ ਧਰਮ ਮਤਲਬ ਆਪਣਾ ਵਿਸ਼ਵਾਸ, ਆਪਣਾ ਜੋ ਗੁਰੂ ਦਾ ਭਰੋਸਾ ਉਹ ਖੋ ਦਿੰਦੇ ਨੇ। ਉਹਨਾਂ ਨੂੰ ਸਾਰੀ ਸਮਝ ਖਤਮ ਹੋ ਜਾਂਦੀ ਹੈ। ਦਿਨ ਰਾਤ ਜਿਹੜਾ ਹੈ ਫਿਰ ਉਹ ਦੁੱਖ ਵਿੱਚ ਰਹਿੰਦੇ ਨੇ। ਉਹ ਦੁੱਖ ਰੱਬ ਤੋਂ ਦੂਰ ਰਹਿਣ ਦਾ ਦੁੱਖ, ਰੱਬ ਤੋਂ ਟੁੱਟ ਜਾਣ ਦਾ ਦੁੱਖ। ਇਸ ਨੂੰ ਮਤਲਬ ਕਈ ਤਰੀਕੇ ਨਾਲ ਐਕਸਪਲੇਨ ਕੀਤਾ ਜਾ ਸਕਦਾ ਹੈ। ਮਨਮੁਖ ਅੰਧ ਨਾ ਚੇਤਈ, ਡੂਬ ਮੂਏ ਬਿਨ ਪਾਣੀ। ਉਹ ਅੰਧੇ ਹੋ ਕੇ ਉਸ ਤਰ੍ਹਾਂ ਮਨਮੁਖ ਦੀ ਤਰ੍ਹਾਂ ਜੀਵਨ ਬਿਤਾਉਂਦੇ ਨੇ ਤੇ ਬਿਨਾਂ ਪਾਣੀ ਦੇ ਹੀ ਡੁੱਬ ਜਾਂਦੇ ਨੇ, ਬਿਨਾਂ ਪਾਣੀ ਦੇ ਹੀ ਡੁੱਬ ਜਾਂਦੇ ਨੇ, ਗੁਰੂ ਸਾਹਿਬ ਕਹਿੰਦੇ ਨੇ। ਤੇ ਸਭ ਤੋਂ ਪਹਿਲੀ ਗੱਲ ਜਿਹੜੀ ਵੀਰ ਜੀ ਨੇ ਕਹੀ ਹੈ, ਬੜੀ ਵੱਡੀ ਗੱਲ ਹੈ। ਦੇਖੋ, ਜਦ ਅਸੀਂ ਕਹਿੰਦੇ ਹਾਂ ਬੱਚਿਆਂ ਦਾ ਮੂਡ ਠੀਕ ਕਰਨਾ ਹੈ ਜੀ, ਬੱਚੇ ਬੜੀ ਮਿਹਨਤ ਕਰ ਰਹੇ ਨੇ, ਚਲੋ ਇਕੱਠੇ ਹੋ ਕੇ ਘੁੰਮਣ ਚੱਲੀਏ, ਚਲੋ ਇਕੱਠੇ ਹੋ ਕੇ ਫਿਲਮ ਦੇਖਣ ਚੱਲੀਏ। ਇਵੇਂ ਹੀ ਕੋਸ਼ਿਸ਼ ਇਹ ਕਰੀਏ ਕਿ ਜਿੰਨੀ ਬੱਚਿਆਂ ਨੂੰ ਸਚਿਆਰ ਬਣਾਉਣਾ ਹੈ ਤੇ ਸੱਚੀ ਜਗ੍ਹਾ ਤੇ ਲੈ ਕੇ ਜਾਈਏ, ਉਸ ਸੱਚੇ ਗੁਰੂ ਕੋਲ ਲੈ ਕੇ ਜਾਈਏ ਜਿੱਥੇ ਸੱਚ ਪਦਾਰਥ ਮਿਲਣਾ ਹੈ, ਜਿਸ ਪਾਤਸ਼ਾਹ ਕੋਲੋਂ ਸੱਚ ਪਦਾਰਥ ਲੈਣਾ ਹੈ। ਜਿਹੜੀ ਗੱਲ ਵੀਰ ਜੀ ਨੇ ਕਹੀ ਹੈ, ਇਕੱਠੇ ਹੋ ਕੇ ਨਾ ਬੈਠ ਕੇ ਕਦੀ ਪਾਠ ਵੀ ਕਰੀਏ, ਇਕੱਠੇ ਹੋ ਕੇ। ਸਾਈਕੋਲੋਜੀ ਕਹਿੰਦੀ ਹੈ ਬੱਚਿਆਂ ਨਾਲ ਗੱਲ ਜ਼ਰੂਰ ਕਰੋ। ਅੱਜ ਕੱਲ੍ਹ ਕਈ ਵਾਰ ਟੀਵੀ ਤੇ ਅਸੀਂ ਦੇਖਦੇ ਹਾਂ ਬੱਚੇ ਸੁਸਾਈਡ ਕਰ ਰਹੇ ਨੇ, ਕਈ ਚੀਜ਼ਾਂ ਕਰ ਰਹੇ ਨੇ। ਜਦ ਐਗਜ਼ਾਮ ਵਿੱਚ ਅੱਛੇ ਮਾਰਕਸ ਨਹੀਂ ਆਉਂਦੇ ਤੇ ਪੇਰੈਂਟਸ ਨੂੰ ਇਹ ਕਿਹਾ ਜਾਂਦਾ ਹੈ ਕਿ ਸੌਫਟ ਰਹੋ, ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਮੋਟੀਵੇਟ ਕਰੋ, ਕੋਈ ਗੱਲ ਨਹੀਂ ਮਾਰਕਸ ਅੱਛੇ ਨਹੀਂ ਆਏ। ਸਿਮਿਲਰ ਇਜ਼ ਇਨ ਸਪਿਰਿਚੁਅਲ ਲਾਈਫ। ਗਰੋਥ ਦੇ ਲਈ ਸਪਿਰਿਚੁਅਲ ਚੀਜ਼ਾਂ ਦੀ ਗੱਲ ਕਰੋ, ਗੁਰਬਾਣੀ ਦੀ ਗੱਲ ਕਰੋ, ਇਤਿਹਾਸ ਦੀ ਗੱਲ ਕਰੋ, ਉਹਨਾਂ ਨਾਲ ਪਿਆਰ ਦੀ ਗੱਲ ਕਰੋ, ਉਹਨੂੰ ਮੋਟੀਵੇਟ ਕਰੋ। ਗੁਰਬਾਣੀ ਤੇ ਇੱਥੇ ਤੱਕ ਕਹਿੰਦੀ ਹੈ, ਅਸੀਂ ਤੇ ਤੁਸੀਂ ਇਹ ਕੁਐਸਚਨ ਸੀਗਾ ਬੱਚਿਆਂ ਨੂੰ ਕਿਵੇਂ ਪ੍ਰੇਰਣਾ ਦਿੱਤੀ ਜਾਏ। ਗੁਰਬਾਣੀ ਕਹਿੰਦੀ ਹੈ ਰਾਮ ਜਪੋ ਜੀ ਐਸੇ ਐਸੇ, ਧਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਕਿ ਰਾਮ ਜਪਣ ਦੇ ਲਈ ਛੋਟੇ ਬੱਚਿਆਂ ਦੀ ਇੰਸਪੀਰੇਸ਼ਨ ਗੁਰਬਾਣੀ ਦੇ ਰਹੀ ਹੈ ਕਿ ਨਾ ਬੱਚਿਆਂ ਕੋਲੋਂ ਸਿੱਖੋ ਕਿ ਕਿਵੇਂ ਗੁਰਬਾਣੀ ਪੜ੍ਹੀ ਜਾਂਦੀ, ਕਿਵੇਂ ਗੁਰੂ ਦੀ ਸੇਵਾ ਕੀਤੀ ਜਾਂਦੀ, ਕਿਵੇਂ ਤੁਸੀਂ ਸਚਿਆਰ ਬਣ ਸਕਦੇ। ਤੇ ਇਹਨਾਂ ਦੇ ਜੀਵਨ ਬੱਚਿਆਂ ਨਾਲ ਸ਼ੇਅਰ ਕਰੋ, ਆਪ ਵੀ ਪੜ੍ਹੋ, ਉਹਨਾਂ ਨੂੰ ਵੀ ਪੜ੍ਹਾਓ। ਹੋਰ ਬਥੇਰੇ ਐਗਜ਼ਾਮਪਲ ਨੇ, ਸਾਹਿਬਜ਼ਾਦੇ ਬਹੁਤ ਵੱਡਾ ਐਗਜ਼ਾਮਪਲ ਨੇ। ਮਾਤਾ ਗੁਜਰ ਕੌਰ ਜੀ ਨੇ ਕਿਵੇਂ ਸਾਹਿਬਜ਼ਾਦਿਆਂ ਨੂੰ ਦ੍ਰਿੜ ਕੀਤਾ ਹੈ ਧਰਮ ਦੇ ਵਿੱਚ, ਬੜਾ ਵੱਡਾ ਐਗਜ਼ਾਮਪਲ ਹੈ। ਬਾਬਾ ਦੀਪ ਸਿੰਘ ਜੀ ਦਾ ਜੀਵਨ ਅਸੀਂ ਪੜ੍ਹੀਏ, ਉਹਨਾਂ ਦੀ ਮਾਤਾ ਜੀ ਦਾ ਬੜਾ ਵੱਡਾ ਕੰਟਰੀਬਿਊਸ਼ਨ ਹੈ ਗੁਰੂ ਵੱਲ ਜੋੜਨ ਲਈ, ਉਸ ਨੂੰ ਆਪਾਂ ਪੜ੍ਹੀਏ। ਤੇ ਇਤਿਹਾਸ ਨੂੰ ਭਾਈ ਤਾਰੂ ਸਿੰਘ ਜੀ ਦੀ ਮਾਤਾ ਜੀ, ਉਹਨਾਂ ਦਾ ਇਤਿਹਾਸ, ਕਿਉਂਕਿ ਅਸੀਂ ਸਿੰਘਾਂ ਦਾ ਇਤਿਹਾਸ ਪੜ੍ਹਦੇ ਹਾਂ, ਉਹਨਾਂ ਦੇ ਪੇਰੈਂਟਸ ਦਾ ਇਤਿਹਾਸ ਨਹੀਂ ਪੜ੍ਹਦੇ, ਉਹਨੂੰ ਸਮਝੀਏ, ਪੜ੍ਹੀਏ ਤੇ ਉਹਨਾਂ ਵਿੱਚੋਂ ਵੀ ਸਾਨੂੰ ਸੇਧ ਮਿਲੇਗੀ ਕਿ ਅਸੀਂ ਆਪਣੇ ਬੱਚਿਆਂ ਨੂੰ ਕੀ ਦੇਣਾ। ਮਹਾਰਾਜ ਦਇਆ ਕਰੇ ਸਾਡੇ ਸਾਰਿਆਂ ਉੱਪਰ, ਇਹ ਸਾਡੇ ਲਈ ਵੀ ਬਹੁਤ ਵੱਡਾ ਚੈਲੰਜ ਹੈ। ਮਹਾਰਾਜ ਸਾਡੇ ਉੱਤੇ ਵੀ ਰਹਿਮਤ ਬਣਾਏ, ਅਸੀਂ ਆਪਣੇ ਬੱਚਿਆਂ ਨੂੰ ਗੁਰੂ ਵੱਲ ਲਾ ਸਕੀਏ, ਗੁਰੂ ਦੇ ਦੱਸੇ ਮਾਰਗ ਤੇ ਚਲਾ ਸਕੀਏ। ਵੀਰ ਜੀਓ, ਅੱਜ ਦਾ ਮੇਰੇ ਖਿਆਲ ਲਾਸਟ ਕੁਐਸਚਨ ਇਹ ਲੈ ਲੈਂਦੇ ਹਾਂ
ਹੁਣ ਇਹ ਕਹਿੰਦੇ ਨੇ what changes should Sikhs make in their life so they eliminate any kind of inequality towards others। ਅਸੀਂ ਆਮ ਦੇਖਦੇ ਹਾਂ ਕਿ ਗੁਰੂ ਸਾਹਿਬ ਨੇ ਹਾਲਾਂਕਿ ਕਿਸੇ ਤਰ੍ਹਾਂ ਦੀ ਵੀ ਇਨਇਕੁਐਲਿਟੀ ਨੂੰ ਮਨਾ ਕੀਤਾ ਹੈ, ਬਟ ਅੱਜ ਸਾਡੇ ਘਰਾਂ ਵਿੱਚ ਵੀ ਬੜੇ ਸਟਲ ਤਰੀਕੇ ਦੇ ਨਾਲ ਫਿਰ ਵੀ ਹੈ। ਕਈ ਤਰੀਕੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਅਸੀਂ ਵਿਤਕਰਾ ਕਰਦੇ ਹਾਂ ਆਪਣੇ ਵਿੱਚ ਰਹਿਣ ਵਾਲੇ ਲੋਕਾਂ ਦੇ ਨਾਲ, ਆਪਣੇ ਨਾਲ ਵਰਤਣ ਵਾਲੇ ਲੋਕਾਂ ਦੇ ਨਾਲ। ਇੱਥੇ ਤੱਕ ਕਿ ਵਿਵੇਕ ਦੇ ਨਾਮ ਤੇ ਅੱਜ ਕੱਲ੍ਹ ਸਿੱਖਾਂ ਨੇ ਇੱਕ ਨਵਾਂ ਤਮਾਸ਼ਾ ਸ਼ੁਰੂ ਕਰ ਲਿੱਤਾ ਹੈ, ਛੂਆ ਛੂਤ ਦੀ ਗੱਲ ਸ਼ੁਰੂ ਕਰਤੀ ਹੈ, ਇਹਦੇ ਹੱਥ ਦਾ ਤੇ ਉਸਦੇ ਹੱਥ ਦਾ। ਤੇ ਅਸੀਂ ਕੀ ਚੇਂਜਸ ਆਪਣੀ ਲਾਈਫ ਦੇ ਵਿੱਚ ਲਿਆਈਏ ਕਿ ਅਸੀਂ ਇਸ ਇਨਇਕੁਐਲਿਟੀ ਨੂੰ ਇਰੈਡੀਕੇਟ ਕਰੀਏ ਆਪਣੇ ਜੀਵਨ ਵਿੱਚ, ਸਾਰਿਆਂ ਨੂੰ ਰੱਬ ਦੀ ਜੋਤ ਸਮਝ ਕੇ ਉਹਨਾਂ ਨਾਲ ਵਰਤ ਸਕੀਏ। ਜੀ ਇਨਇਕੁਐਲਿਟੀ ਸ਼ਬਦ ਪਹਿਲੀ ਗੱਲ ਗੁਰਮਤਿ ਦੀ ਡਿਕਸ਼ਨਰੀ ਵਿੱਚ ਹੈ ਹੀ ਨਹੀਂ, ਉੱਥੇ ਇਕੁਐਲਿਟੀ ਸ਼ਬਦ ਹੈਗਾ ਜੀ, ਠੀਕ ਹੈ। ਉੱਥੇ ਸ਼ਬਦ ਵਰਤਿਆ ਗਿਆ ਹੈ ਸਮ, ਇੱਕ ਸ਼ਬਦ ਆਂਦਾ ਹੈ ਬਾਣੀ 'ਚ ਸਮ, ਸਮ ਮੀਨਸ ਬਰਾਬਰ। ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਹੈ, ਮਾਨਸ ਕੀ ਜਾਤ ਸਭ ਹੈ ਏਕ ਹੈ ਪਹਿਚਾਨ ਬੋ। ਦੂਸਰੇ ਪਾਸੇ ਗੁਰਬਾਣੀ 'ਚ ਇੱਕ ਬਚਨ ਬੜਾ ਕਮਾਲ ਦਾ ਹੈ, ਏਕ ਪਿਤਾ ਏਕਸ ਕੇ ਹਮ ਬਾਰਿਕ, ਤੂੰ ਸਾਂਝਾ ਸਾਹਿਬ ਬਾਪ ਹਮਾਰਾ। ਐਸੇ ਕਈ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਮਿਲਣਗੇ ਜਿਨ੍ਹਾਂ ਦੇ ਵਿੱਚ ਸਾਨੂੰ ਇਕੁਐਲਿਟੀ ਦਾ ਮੈਸੇਜ ਬੜਾ ਸਪਸ਼ਟ ਮਿਲੇਗਾ। ਹੋਰ ਕਈ ਸ਼ਬਦ ਆਉਂਦੇ ਨੇ ਬਹੁਤ ਸਾਰੇ ਜਿਨ੍ਹਾਂ ਵਿੱਚ ਅਸੀਂ ਅਗਰ ਖੋਜਾਂਗੇ ਤੇ ਇਕੁਐਲਿਟੀ ਦਾ, ਸਮਾਨਤਾ ਦਾ ਜਿਹੜਾ ਸਿਧਾਂਤ ਹੈ ਸਾਨੂੰ ਮਿਲੇਗਾ ਗੁਰਬਾਣੀ ਦੇ ਵਿੱਚ। ਤੇ ਜੇਕਰ ਅਸੀਂ ਉਂਝ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਧਿਆਨ ਨਾਲ ਪੜਾਂਗੇ, ਜਿਹੜੇ ਦਰਸ਼ਕ ਇਸ ਸਮੇਂ ਦੇਖ ਰਹੇ ਹਨ, ਉਹ ਮੈਂ ਕਈ ਵਾਰ ਫੋਨਸ ਆਉਂਦੇ ਹਨ ਬਈ ਜਿਨ੍ਹਾਂ ਨੇ ਸੰਥਿਆ ਕਲਾਸ ਵਿੱਚ ਸੰਥਿਆ ਲਈ ਹੈ, ਉਹ ਵੀ ਵੇਖਦੇ ਹਨ ਤੇ ਉਹ ਮੇਰੀ ਗੱਲ ਸਮਝਣਗੇ ਧਿਆਨ ਦੇ ਨਾਲ। ਗੁਰੂ ਗ੍ਰੰਥ ਸਾਹਿਬ ਜੀ ਦੇ ਤਕਰੀਬਨ ਹਰੇਕ ਅੰਗ ਦੇ ਉੱਤੇ 1430 ਅੰਗ ਹਨ ਨਾ, ਤੇ ਹਰੇਕ ਅੰਗ ਦੇ ਉੱਤੇ ਘੱਟੋ ਘੱਟ ਇੱਕ ਵਾਰ ਇਹ ਗੱਲ ਜ਼ਰੂਰ ਆਈ ਕਿਸੇ ਨਾ ਕਿਸੇ ਰੂਪ ਵਿੱਚ ਕਿ ਸਭ ਬਰਾਬਰ ਹਨ, ਸਾਰਿਆਂ ਵਿੱਚ ਰੱਬ ਬੈਠਾ ਹੋਇਆ। ਕਿਸੇ ਨਾ ਕਿਸੇ ਰੂਪ 'ਚ ਹਰ ਅੰਗ ਦੇ ਉੱਤੇ ਇਹ ਗੱਲ ਗੁਰੂ ਸਾਹਿਬ ਜੀ ਨੇ ਸਾਨੂੰ ਦ੍ਰਿੜ ਕਰਾਈ ਹੈ। ਬਈ ਸਿੱਖ ਕਿਧਰੇ ਇਹ ਨਾ ਸੋਚ ਲਵੇ ਕਿ ਮੈਂ ਬਾਣਾ ਪਾ ਕੇ ਜਾਂ ਮੈਂ ਗੁਰੂ ਦੇ ਦਰਸਾਏ ਮਾਰਗ ਦੇ ਉੱਤੇ ਤੁਰ ਕੇ ਬਾਕੀਆਂ ਨਾਲੋਂ ਕੁਝ ਸੁਪੀਰੀਅਰ ਜਿਹਾ ਹੋ ਗਿਆ ਹਾਂ। ਸੁਪੀਰੀਅਰ ਹੁੰਦਾ ਹੈ ਬਿਲਕੁਲ ਸਿੱਖ, ਉਹ ਆਤਮਿਕ ਜੀਵਨ ਕਰਕੇ ਹੁੰਦਾ ਹੈ, ਬਿਲਕੁਲ ਉਹਦਾ ਆਤਮਿਕ ਜੀਵਨ ਉੱਠ ਜਾਂਦਾ ਹੈ ਉੱਚਾ। ਐਸਾ ਨਹੀਂ ਕਿ ਉੱਪਰ ਨਹੀਂ ਉੱਠਦਾ, ਆਮ ਲੋਕਾਂ ਨਾਲੋਂ ਸਿੱਖ ਬਹੁਤ ਉੱਚਾ ਹੋ ਜਾਂਦਾ ਹੈ, ਐਲੀਵੇਟ ਹੋ ਜਾਂਦਾ ਹੈ ਆਪਣੀ ਸਪਿਰਿਚੁਅਲ ਲਾਈਫ ਦੇ ਵਿੱਚ। ਪਰੰਤੂ ਜਿਹੜੀ ਗੱਲ ਅਸੀਂ ਵੇਖਦੇ ਹਾਂ ਕਿ ਕਈ ਵਾਰ ਜਦੋਂ ਇਹ ਐਲੀਵੇਸ਼ਨ ਹੋ ਰਿਹਾ ਹੁੰਦਾ ਹੈ ਸਿੱਖ ਦਾ, ਤੇ ਮਾਇਆ ਆਪਣਾ ਪ੍ਰਭਾਵ ਪਾਣਾ ਸ਼ੁਰੂ ਕਰ ਦਿੰਦੀ ਹੈ। ਆਪ ਜੀ ਨੇ ਉਹਨੇ ਵਿਖਿਆ ਦੀ ਗੱਲ ਕੀਤੀ ਨਾ, ਗੁਰੂ ਸਾਹਿਬ ਦਾ ਬਚਨ ਅੰਮ੍ਰਿਤ ਛੋੜ ਵਿਖਿਆ ਲੋਭਾਣੇ, ਸੇਵਾ ਕਰੇ ਵਿਡਾਣੀ, ਜੋ ਆਪ ਜੀ ਨੇ ਪ੍ਰਮਾਣ ਲਿਆ ਸ੍ਰੀ ਰਾਗ ਦਾ। ਤੇ ਵਿਖਿਆ ਦਾ ਇੱਕ ਅਸਰ ਇਸ ਰੂਪ 'ਚ ਆਉਂਦਾ ਹੈ ਕਿ ਥੋੜਾ ਜਿਹਾ ਜਿਹਨੂੰ ਭਗਤੀ ਮਾਰਗ ਦੇ ਉੱਤੇ ਗਿਆਨ ਹੋ ਗਿਆ, ਆਪਨੇ ਵਿਵੇਕ ਦੀ, ਹੁਣੇ ਵਿਵੇਕ ਦੀ ਗੱਲ ਕੀਤੀ, ਮੈਂ ਸੱਚਮੁੱਚ ਇਸ ਗੱਲ ਨਾਲ ਬਿਲਕੁਲ ਸਹਿਮਤ ਹਾਂ ਕਿ ਅੱਜ ਜੋ ਕੁਝ ਉਸ ਚੀਜ਼ ਦੇ ਉੱਤੇ ਤਮਾਸ਼ਾ ਵਾਕਈ ਹੋ ਰਿਹਾ ਹੈ ਨਾ, ਕਿ ਛੂਆ ਛੂਤ ਔਰ ਇਹ ਸਭ ਜੋ ਕੁਝ ਬਣ ਚੁੱਕਿਆ ਹੈ। ਮੈਂ ਤੇ ਇੱਥੋਂ ਤੱਕ ਵੇਖਿਆ ਕਿ ਭਾਂਡੇ ਤੱਕ ਆਪਣੇ ਲੈ ਜਾਂਦੇ ਹਨ, ਵੈਸੇ ਹੋਰ ਭਾਂਡਿਆਂ ਵਿੱਚ ਖਾਣਾ ਹੀ ਕੋਈ ਨਹੀਂ, ਲਾਂਗਰੀ ਤੱਕ ਆਪਣਾ ਲੈ ਗਏ। ਤੇ ਮੈਨੂੰ ਇੱਕ ਵਾਰ ਮੈਂ ਕਿਧਰੇ ਬੈਠਾ ਹੋਇਆ ਸੀ, ਉਹ ਕਹਿੰਦੇ ਫਿਰ ਮੱਝ ਕਿਉਂ ਨਹੀਂ ਆਪਣੀ ਲੈ ਕੇ, ਦੁੱਧ ਤੇ ਉਹਨਾਂ ਨੇ ਉਹਨਾਂ ਦੀ ਮੱਝ ਦਾ ਪੀਤਾ। ਗੱਲ ਸਮਝਣਾ ਮਤਲਬ ਕਿੱਥੋਂ ਤੱਕ ਤੁਸੀਂ ਵਿਵੇਕ ਕਰੋਗੇ। ਚਲੋ ਇਸ ਨੂੰ ਹੀ ਮੈਂ 2 ਮਿੰਟ ਐਕਸਪਲੇਨ ਕਰ ਦੇਵਾਂ। ਗੁਰੂ ਨਾਨਕ ਸਾਹਿਬ, ਮੈਨੂੰ ਗੱਲ ਸਾਹਮਣੇ ਆ ਜਾਂਦੀ ਹੈ ਜਿਸ ਵੇਲੇ ਇਹ ਵਾਲੀ ਵਿਚਾਰਧਾਰਾ ਚੱਲੇ ਨਾ, ਤੇ ਗੁਰੂ ਨਾਨਕ ਸਾਹਿਬ ਜਦੋਂ ਹਰਿਦੁਆਰ ਦੀ ਧਰਤੀ ਤੇ ਆਏ ਸਨ, ਤੇ ਪਹਿਲਾ ਦਿਨ ਤੇ ਉਹ ਸੀ ਜਦੋਂ ਸਤਿਗੁਰੂ ਜੀ ਨੇ ਉਲਟੀ ਦਿਸ਼ਾ ਵੱਲ ਪਾਣੀ ਦਿੱਤਾ। ਲੋਕੀ ਦੇ ਰਹੇ ਸਨ ਪਿਤਰ ਲੋਕ ਵੱਲ, ਸੂਰਜ ਦੇ ਵੱਲ ਮੂੰਹ ਕਰਕੇ ਪਾਣੀ, ਤੇ ਸਤਿਗੁਰੂ ਜੀ ਨੇ ਉਲਟੀ ਦਿਸ਼ਾ ਵੱਲ ਦਿੱਤਾ। ਇਸ ਤੋਂ ਅਗਲੇ ਦਿਨ ਦੀ ਘਟਨਾ, ਇਹਦਾ ਜ਼ਿਕਰ ਬਹੁਤ ਘੱਟ ਲੋਕ ਕਰਦੇ ਹਨ। ਇਸ ਤੋਂ ਅਗਲੇ ਦਿਨ ਦੀ ਘਟਨਾ ਦਾ ਜ਼ਿਕਰ ਇਤਿਹਾਸ ਇੰਜ ਕਰਦਾ ਹੈ ਕਿ ਭਾਈ ਮਰਦਾਨਾ ਜੀ ਨੂੰ ਸਵੇਰ ਦੇ ਵੇਲੇ ਭੁੱਖ ਲੱਗੀ, ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਬਾਬਾ ਨਾਨਕ ਕੁਛ ਪ੍ਰਸਾਦ ਤਿਆਰ ਕਰੀਏ। ਸਤਿਗੁਰੂ ਕਹਿੰਦੇ ਪ੍ਰਸ਼ਾਦ ਤਿਆਰ ਕਰਦੇ ਹਾਂ, ਕੁਝ ਬਣਾਉਂਦੇ ਹਾਂ, ਰਸਦ ਤੇ ਚੱਲ ਸਾਡੇ ਕੋਲ ਹੈ ਥੋੜੀ ਬਹੁਤ, ਕਿਧਰੋਂ ਅੱਗ ਦਾ ਇੰਤਜ਼ਾਮ ਕਰ ਲੈ। ਤੇ ਭਾਈ ਮਰਦਾਨਾ ਜੀ ਜਿਸ ਸਮੇਂ ਅੱਗ ਲੈਣ ਵਾਸਤੇ ਗਏ, ਅੱਗ ਦਾ ਮਤਲਬ ਸੀ ਵੀ ਕਿਸੇ ਕੋਲੋਂ ਬਲਦੀ ਹੋਈ ਅੱਗ ਦਾ ਕੋਈ ਟੁਕੜਾ ਕੁਝ ਲੈਣ, ਬਈ ਅੱਗ ਬਾਲੀ ਜਾ ਸਕੇ। ਅੱਜ ਦੀ ਤਰ੍ਹਾਂ ਸੌਖੇ ਤਰੀਕੇ ਨਾਲ ਅੱਗ ਨਹੀਂ ਬਾਲੀ ਜਾਂਦੀ ਸੀ ਉਸ ਵੇਲੇ। ਤੇ ਭਾਈ ਸਾਹਿਬ ਜੀ ਨੇ, ਭਾਈ ਮਰਦਾਨਾ ਜੀ ਨੇ ਦੂਰ ਵੇਖਿਆ ਤੇ ਕਿਧਰੇ ਨਾ ਉਹਨਾਂ ਨੂੰ ਧੂਆਂ ਦਿਸ ਰਿਹਾ ਸੀ। ਸੋਚਿਆ ਵੀ ਇੱਥੇ ਅੱਗ ਜ਼ਰੂਰ ਬਲ ਰਹੀ ਹੋਏਗੀ। ਉਸ ਦਿਸ਼ਾ ਵੱਲ ਭਾਈ ਸਾਹਿਬ ਜੀ ਪ੍ਰੇਰਿਤ ਹੋਏ, ਤੇ ਪ੍ਰੇਰਿਤ ਹੋ ਕੇ ਉਸ ਦਿਸ਼ਾ ਦੇ ਵੱਲ ਭਾਈ ਸਾਹਿਬ ਜੀ ਜਿਸ ਵੇਲੇ ਗਏ ਮਰਦਾਨਾ ਜੀ, ਤੇ ਉੱਥੇ ਕੀ ਵੇਖਦੇ ਹਨ, ਇੱਕ ਪੰਡਿਤ ਆਪਣਾ ਚੌਂਕਾ ਤਿਆਰ ਕਰ ਰਿਹਾ, ਰਸੋਈ ਤਿਆਰ ਕਰ ਰਿਹਾ ਹੈ। ਲੇਕਿਨ ਉੱਥੇ ਦਾ ਜੋ ਦ੍ਰਿਸ਼ ਇਤਿਹਾਸ ਨੇ ਵਰਣਨ ਕੀਤਾ ਉਹ ਇੰਜ ਸੀ, ਉਸਨੇ ਜਿਸ ਥਾਂ ਦੇ ਉੱਤੇ ਆਪਣਾ ਚੌਕਾ ਤਿਆਰ ਕਰਨਾ ਹੈ, 4 ਲਕੀਰਾਂ ਖਿੱਚੀਆਂ ਹੋਈਆਂ ਹਨ ਚਾਰੇ ਪਾਸੇ,
ਇੱਕ ਬਾਉਂਡਰੀ ਜੀ ਬਣਾ ਦਿੱਤੀ ਲਕੀਰਾਂ ਖਿੱਚ ਕੇ, ਤੇ ਭਾਈ ਮਰਦਾਨਾ ਜੀ ਜਿਉਂ ਕੋਲ ਆਏ ਉਹਨਾਂ ਦਾ ਪਰਛਾਵਾਂ, ਉਹਨਾਂ ਦੀ ਪਰਛਾਈ ਉਸਦੇ ਉਸ ਚੌਂਕੇ ਦੇ ਉੱਤੇ ਪੈ ਗਈ। ਤੇ ਭਾਈ ਸਾਹਿਬ ਜੀ ਨੂੰ ਆਉਣ ਦਾ ਉਹਨੇ ਪ੍ਰਯੋਜਨ ਪੁੱਛਿਆ। ਭਾਈ ਸਾਹਿਬ ਜੀ ਕਹਿੰਦੇ ਮਰਦਾਨਾ ਜੀ ਕਿ ਮੈਨੂੰ ਥੋੜੀ ਜੀ ਅੱਗ ਦੇ ਦਿਓ, ਅਸੀਂ ਵੀ ਰੋਟੀ ਬਣਾ ਲਿਓ। ਕਹਿੰਦੇ ਦੇ ਦੇਵਾਂਗੇ ਅੱਗ, ਪਰ ਇਹ ਦੱਸ ਤੂੰ ਕੀ ਨਾਮ ਹੈ ਤੇਰਾ, ਕੌਣ ਹੈ? ਹੁਣ ਭਾਈ ਮਰਦਾਨਾ ਜੀ ਸੱਚ ਬੋਲਦੇ ਸਨ, ਕਹਿੰਦੇ ਵੀ ਮੇਰਾ ਨਾਮ ਮਰਦਾਨਾ ਹੈ ਤੇ ਮੈਂ ਗੁਰੂ ਨਾਨਕ ਦਾ ਸਾਥੀ ਹਾਂ। ਇਤਨੀ ਗੱਲ ਨਾਲ ਤਸੱਲੀ ਨਹੀਂ ਹੋਈ, ਕਹਿਣ ਲੱਗਾ ਆਪਣੀ ਜ਼ਾਤ ਦੱਸ। ਉਹਨਾਂ ਨੇ ਕਿਹਾ ਮੈਂ ਮਿਰਾਸੀ ਹਾਂ, ਡੂਮ ਹਾਂ। ਤੇ ਡੂਮ ਔਰ ਮਿਰਾਸੀ ਸ਼ੂਦਰਾਂ ਵਿੱਚ ਜਾਂ ਨੀਵੀਂ ਜਾਤਾਂ ਵਿੱਚ ਗਿਣੇ। ਇਤਨੇ ਬੋਲ ਉਹਦੇ ਕੰਨਾਂ ਵਿੱਚ ਪੈਣ ਦੀ ਦੇਰ ਸੀ, ਉਹ ਜਿਹੜੀ ਚਵਾਤੀ ਬਲ ਰਹੀ ਸੀ ਨਾ, ਉਹ ਚਵਾਤੀ ਉਹਨੇ ਬਾਹਰ ਕੱਢੀ ਤੇ ਭਾਈ ਮਰਦਾਨੇ ਦੇ ਪਿੱਛੇ ਲੈ ਕੇ ਭੱਜਣਾ ਸ਼ੁਰੂ ਕਰ ਦਿੱਤਾ ਕਿ ਤੂੰ ਮੇਰਾ ਚੌਂਕਾ ਭ੍ਰਿਸ਼ਟ ਦਿੱਤਾ, ਤੇਰਾ ਪਰਛਾਵਾਂ ਮੇਰੇ ਚੌਂਕੇ ਤੇ ਪਿਆ ਤੇ ਮੇਰਾ ਜਿਹੜਾ ਸਾਰਾ ਅੰਨ ਸੀ, ਜੋ ਮੇਰਾ ਇਹ ਸੀ, ਇਹ ਭ੍ਰਿਸ਼ਟ ਹੋ ਗਿਆ। ਹੁਣ ਮੈਨੂੰ ਸਭ ਇਹ ਦੁਬਾਰਾ ਤਿਆਰ ਕਰਨਾ ਪਵੇਗਾ, ਅੱਜ ਮੈਂ ਤੈਨੂੰ ਨਹੀਂ ਛੱਡਣਾ। ਉਹ ਭਾਈ ਮਰਦਾਨਾ ਜੀ ਅੱਗੇ ਅੱਗੇ, ਪੰਡਿਤ ਪਿੱਛੇ ਪਿੱਛੇ, ਤੇ ਅਖੀਰ ਜਦੋਂ ਭਾਈ ਮਰਦਾਨਾ ਜੀ ਦੌੜਦੇ ਹੋਏ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆਏ ਤੇ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਆ ਕੇ ਕਹਿਣ ਲੱਗੇ ਬਾਬਾ ਕਿਸ ਚੱਕਰ 'ਚ ਮੈਨੂੰ ਪਾ ਦਿੱਤਾ, ਬਚਾ ਮੈਨੂੰ ਇਹਦੇ ਕੋਲੋਂ। ਤੇ ਉਹ ਪੰਡਿਤ ਵੀ ਪਿੱਛੇ ਪਿੱਛੇ ਆ ਗਿਆ, ਉਹ ਚਵਾਤੀ ਲੈ ਕੇ। ਤੇ ਗੁਰੂ ਨਾਨਕ ਸਾਹਿਬ ਨੇ ਉਹਨੂੰ ਰੋਕਿਆ, ਕਹਿਣ ਲੱਗੇ ਦੱਸੋ ਕੀ ਗੱਲ ਹੋਈ? ਕਹਿੰਦੇ ਤੁਹਾਡੇ ਸਾਥੀ ਨੇ, ਸੰਗੀ ਨੇ ਮੇਰਾ ਚੌਂਕਾ ਭ੍ਰਿਸ਼ਟ ਦਿੱਤਾ। ਇੱਥੇ ਸਤਿਗੁਰੂ ਨੇ ਇੱਕ ਗੱਲ ਕਹੀ, ਇਹ ਗੱਲ ਸਮਝਣਾ, ਜਿਹੜੇ ਉਹ ਜੋ ਸੋ ਕਾਲਡ ਵਿਵੇਕ ਹੈ ਜਾਂ ਜੋ ਵੀ, ਮੈਂ ਚਲੋ ਉਸ ਤਰੀਕੇ ਨਾਲ ਖੰਡਨ ਨਹੀਂ ਕਰਦਾ, ਹੋਵੇ ਵਿਵੇਕ, ਪਰ ਵਿਵੇਕ ਇੱਕ ਬਿਰਤੀ ਦਾ ਨਾਮ ਹੈ, ਕੇਵਲ ਬਾਹਰਲੇ ਇਹਨਾਂ ਦਿਖਾਵਿਆਂ ਦਾ ਨਾਮ ਨਹੀਂ। ਬਾਣੀ 'ਚ ਵਿਵੇਕ ਨੂੰ ਬੜਾ ਵੱਡਾ ਉਹ ਦਰਜਾ ਮਿਲਿਆ ਹੈ। 5 ਸਰੋਵਰ ਜਿਹੜੇ ਬਣਾਏ ਸਨ ਨਾ, ਇੱਕ ਵਿਵੇਕ ਸਰ ਵੀ ਸੀ ਉਹਦੇ ਵਿੱਚ, ਅੰਮ੍ਰਿਤਸਰ, ਰਾਮਸਰ, ਸੰਤੋਖ ਸਰ, ਕੌਲ ਸਰ ਤੇ ਵਿਵੇਕ ਸਰ, ਇਹ 5 ਸਰੋਵਰ ਹਰ ਅੰਮ੍ਰਿਤਸਰ ਨਗਰੀ ਦੇ ਵਿੱਚ। ਤੇ ਵਿਵੇਕ ਦਾ ਇਤਨਾ ਵੱਡਾ ਸਥਾਨ ਹੈ, ਪਰ ਵਿਵੇਕ ਦੇ ਨਾਮ ਤੇ ਜੋ ਪਖੰਡ ਅਸੀਂ ਕਰ ਰਹੇ ਹਾਂ, ਉਹਨੂੰ ਬਾਣੀ ਨੇ ਬਿਲਕੁਲ ਖੰਡਿਤ ਕੀਤਾ ਹੈ। ਤੇ ਸਤਿਗੁਰੂ ਕਹਿਣ ਲੱਗੇ ਕਿ ਹੋਇਆ ਕੀ, ਦੱਸੋ ਤੇ ਸਹੀ ਸਾਰੀ ਗੱਲਬਾਤ ਮੈਨੂੰ। ਉਹਨੇ ਕਿਹਾ ਜੀ ਤੁਹਾਡੇ ਸਾਥੀ ਨੇ ਮੇਰਾ ਚੌਂਕਾ ਭ੍ਰਿਸ਼ਟ ਦਿੱਤਾ ਇਹਦੇ ਪਰਛਾਵੇਂ ਨਾਲ। ਹੁਣ ਸਤਿਗੁਰੂ ਕਹਿੰਦੇ ਕਿ ਇਹਨੇ ਨਹੀਂ ਭ੍ਰਿਸ਼ਟਿਆ, ਤੇਰਾ ਚੌਂਕਾ ਤੇ ਪਹਿਲੇ ਹੀ ਭ੍ਰਿਸ਼ਟਿਆ ਹੋਇਆ ਸੀ, ਉਹ ਤੇ ਪਹਿਲੇ ਹੀ ਗੰਦਾ ਸੀ। ਕਹਿਣ ਲੱਗਾ ਨਹੀਂ, ਮੈਂ ਗੋਬਰ ਦਾ ਪੋਚਾ ਫੇਰਿਆ, ਚਾਰੇ ਪਾਸੇ ਲਕੀਰਾਂ ਪਾਈਆਂ, ਸਭ ਕੁਝ ਸਾਫ਼ ਲੈ ਕੇ ਆਇਆ। ਜਿਵੇਂ ਕਹਿੰਦੇ ਨਾ, ਪਹਿਲਾਂ ਸੁੱਚਾ ਆਪ ਹੋਏ, ਸੁੱਚਾ ਬੈਠਾ ਆਏ, ਸੁੱਚਾ ਅੱਗੇ ਰੱਖਿਓ ਕੋਈ ਨਾ ਪਿਟਿਓ ਜਾਏ, ਸੁੱਚਾ ਹੋਏ ਕਹ ਜੇਵਿਆ ਲੱਗਾ ਪੜਨ ਸ਼ਲੋਕ। ਇੱਥੇ ਤੱਕ ਉਹ ਸਾਰਾ ਦ੍ਰਿਸ਼ ਵਰਣਨ ਆਸਾ ਕੀ ਵਾਰ 'ਚ ਵੀ ਕੀਤਾ। ਪਰ ਸਤਿਗੁਰੂ ਅੱਗੇ ਸਵਾਲ ਪਾਉਂਦੇ ਨਾ, ਕੋਠੀ ਜਾਈ ਸਟਿਆ ਕਿਸੇ ਲੱਗਾ ਦੋਖ। ਤੇ ਉਹੀ ਗੱਲ ਸ੍ਰੀ ਰਾਗ, ਕਿਉਂਕਿ ਚੱਲ ਰਿਹਾ ਸ਼ਾਇਦ ਸ੍ਰੀ ਰਾਗ ਕੀ ਵਾਰ ਦਾ ਹੀ ਸ਼ਲੋਕ ਹੈ। ਸਤਿਗੁਰੂ ਕਹਿੰਦੇ ਤੇਰਾ ਚੌਂਕਾ ਪਹਿਲੇ ਤੋਂ ਭ੍ਰਿਸ਼ਟਿਆ ਹੋਇਆ ਸੀ। ਕਹਿਣ ਲੱਗਾ ਨਹੀਂ, ਸਿੱਧ ਕਰਕੇ ਦੱਸੋ। ਉੱਥੇ ਸਤਿਗੁਰੂ ਨੇ ਦੇ ਭਲੇ ਲਈ ਇੱਕ ਸ਼ਲੋਕ ਉਚਾਰਨ ਕੀਤਾ। ਸਤਿਗੁਰੂ ਕਹਿੰਦੇ ਕੁਬੁਦ ਡੂਮਣੀ ਕੁਦਇਆ ਕਸਾਇਣ, ਪਰ ਨਿੰਦਾ ਘਟ ਚੂਹੜੀ, ਮੁੱਠੀ ਕ੍ਰੋਧ ਚੰਡਾਲ, ਕਾਰੀ ਕੱਢੀ ਕਿਆ ਥੀਆਂ ਜਾਂ ਚਾਰੇ ਬੈਠੀਆਂ ਨਾਲ। ਬੜੀ ਕਮਾਲ ਦੀ ਗੱਲ, ਔਰ ਉਹ ਸਮਝ ਗਿਆ ਸਾਰੀ ਗੱਲ। ਪਾਤਸ਼ਾਹ ਕਹਿੰਦੇ ਕਿ ਤੂੰ ਭਾਵੇਂ ਚੌਂਕੇ ਵਿੱਚ ਤੈਨੂੰ ਲੱਗ ਰਿਹਾ ਸੀ ਤੂੰ ਕੱਲਾ ਬੈਠਾ ਹੈ, ਪਰ ਤੇਰੇ ਅੰਦਰ 4 ਗੰਦੀਆਂ ਬਿਰਤੀਆਂ ਸਨ, ਗੰਦੀਆਂ ਬਿਰਤੀਆਂ, ਜੋ ਈਵਿਲ ਥਾਟਸ, ਡਰਟੀ ਥਾਟਸ ਤੇਰੇ ਅੰਦਰ ਸਨ, ਉਹ 4 ਸਨ, ਇੱਕ ਨਹੀਂ ਸੀ। ਸਭ ਤੋਂ ਪਹਿਲੀ ਗੰਦੀ ਬਿਰਤੀ ਕੀ ਸੀ? ਕੁਬੁਦ ਡੂਮਣੀ, ਕੁਬੁੱਦੀ ਸੀ ਤੇਰੇ ਅੰਦਰ, ਤੇਰੀ ਖੋਟੀ ਮਤ, ਤੇਰੀ ਦੁਰਮਤ। ਇਹ ਡੂਮਣੀ ਹੈ, ਇਹ ਮਿਰਾਸਣ ਹੈ ਤੇਰੇ ਅੰਦਰ। ਤੂੰ ਮੇਰੇ ਸਾਥੀ ਨੂੰ ਮਿਰਾਸੀ ਕਹਿ ਕੇ ਕਹਿ ਰਹੇ ਨੀਵੀਂ ਜਾਤ ਦਾ ਹੈ, ਪਰ ਤੇਰੇ ਅੰਦਰ ਸਭ ਤੋਂ ਵੱਡੀ ਇੱਕ ਮਿਰਾਸਣ ਬੈਠੀ ਹੈ, ਤੇਰੇ ਅੰਦਰ ਦੀ ਖੋਟੀ ਮਤ, ਕੁਬੁੱਧੀ, ਚੰਗੀ ਬੁੱਧੀ ਨਹੀਂ, ਭੈੜੀ ਬੁੱਧੀ, ਇਹ ਡੂਮਣੀ ਹੈ। ਕੁਦਇਆ ਕਸਾਇਣ, ਹੁਣ ਇਹ ਪ੍ਰੀਫਿਕਸ ਹਨ, ਦੇਖੋ ਕੁਬੁੱਧ ਅਸਲ ਸ਼ਬਦ ਬੁੱਧ ਹੈ, ਕੂ ਲਾ ਦਿੱਤਾ ਤੇ ਭੈੜੀ ਹੋ ਗਿਆ। ਜਿਵੇਂ ਪੁੱਤਰ ਦੇ ਅੱਗੇ ਕੂ ਲੱਗਿਆ ਤੇ ਕੁਪੁੱਤਰ, ਭੈੜਾ ਪੁੱਤਰ। ਤੇ ਕੁਬੁੱਧ ਡੂਮਣੀ ਕੁਦਇਆ ਕਸਾਇਣ, ਦਇਆ ਸ਼ਬਦ ਹੈ, ਕੰਪੈਸ਼ਨ, ਤੇ ਤੇਰੇ ਅੰਦਰ ਕੁਦਇਆ ਹੈ, ਤੇਰੇ ਅੰਦਰ ਦਇਆ ਨਹੀਂ। ਜੇ ਦਇਆ ਹੁੰਦੀ ਤੂੰ ਮੇਰੇ ਸਾਥੀ ਦੇ ਪਿੱਛੇ ਇੰਜ ਨਾ ਭਜਦਾ, ਤੂੰ ਲੋਕਾਂ ਨੂੰ ਇੰਜ ਦੁਖੀ ਨਾ ਕਰਦਾ, ਲੋਕਾਂ ਨੂੰ ਤੂੰ ਮਾੜਾ ਨਾ ਕਹਿੰਦਾ, ਨੀਵਾ ਨਾ ਕਹਿੰਦਾ। ਇਹ ਤੇਰੇ ਅੰਦਰ ਕੁਦਇਆ ਕਸਾਇਣ ਹੈ। ਕਸਾਇਣ ਦਾ ਮਤਲਬ ਕਿ ਕਸਾਈ ਦੀ ਵੋਟੀ, ਜਿਹੜਾ ਇੱਕ ਬੁਚਰ ਹੁੰਦਾ ਹੈ, ਕਸਾਈ ਹੁੰਦਾ ਹੈ, ਉਹਦੀ ਵੋਟੀ ਤੇਰੇ ਅੰਦਰ ਬੈਠੀ ਹੋਈ ਹੈ। ਇਹ ਬਿਰਤੀ ਤੇਰੇ ਅੰਦਰ ਕਸਾਈ ਹੈ, ਤੂੰ ਲੋਕਾਂ ਨੂੰ ਮਾਰਦਾ ਹੈ ਕੁਦਇਆ ਦੇ ਨਾਲ। ਪਰ ਨਿੰਦਾ ਘਟ ਚੂਹੜੀ, ਤੇਰੇ ਅੰਦਰ ਇੱਕ ਚੂੜੀ ਵੀ ਹੈ। ਚੂੜੀ ਹੁਣ ਅਸੀਂ ਸਾਰੇ ਜਾਣਦੇ ਹਾਂ ਨਾ, ਜੋ ਗੰਦਗੀ ਚੁੱਕਦੀ ਹੈ ਸਾਰੇ ਸ਼ਹਿਰ ਦੀ, ਉਹਨੂੰ ਚੂੜੀ ਕਹਿੰਦੇ ਹਨ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਪਰਾਈ ਜੋ ਤੂੰ ਨਿੰਦਿਆ ਲੋਕਾਂ ਦੀ ਕਰ ਰਿਹਾ ਹੈ ਨਾ, ਸਵੇਰੇ ਤੇ ਤੂੰ ਸੁੱਚੇ ਚੌਂਕੇ ਤੇ ਅੰਨ ਬਣਾ ਬਣੂ ਕੇ ਖਾ ਲਿਆ, ਥੋੜੀ ਦੇਰ ਸ਼ਾਸਤਰਾਰਥ ਵੀ ਕਰ ਲਿਆ, ਜਿਹਨੂੰ ਕਹਿੰਦੇ ਪੜ ਪੁਸਤਕ ਸੰਧਿਆ ਬਾਦੰ, ਸਿਲ ਪੂਜਸ ਬਗਲ ਸਮਾਧਨ, ਮੁਖ ਝੂਠ ਵੀ ਬੁਕਣ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰ, ਗਲ ਮਾਲਾ ਤਿਲਕ ਲਿਲਾਟੰ, ਦੋ ਧੋਤੀ ਬਸਤਰ ਕਪਾਟੰ। ਇਹ ਸਭ ਕੁਝ ਤੂੰ ਕਰ ਰਿਹਾ ਹੈ, ਪਰ ਸਤਿਗੁਰੂ ਕਹਿੰਦੇ ਕਿ ਤੇਰੇ ਅੰਦਰ ਜੋ ਪਰ ਨਿੰਦਾ ਹੈ, ਦੂਸਰਿਆਂ ਦੀ ਨਾਲ ਨਾਲ ਨਿੰਦਾ ਵੀ, ਸਲੈਂਡਰਿੰਗ ਵੀ ਤੂੰ ਨਾਲ ਨਾਲ ਕਰ ਰਿਹਾ ਹੈ, ਇਹ ਸੱਚਮੁੱਚ ਇਹ ਤੇਰੇ ਅੰਦਰ ਚੂੜੀ ਬੈਠੀ ਹੈ। ਪਰ ਨਿੰਦਾ ਘਟ ਚੂੜੀ,
ਮੁੱਠੀ ਕ੍ਰੋਧ ਚੰਡਾਲ। ਤੇ ਤੇਰੇ ਅੰਦਰ ਇਹਨਾਂ ਤਿੰਨਾਂ ਦੇ ਨਾਲ ਇੱਕ ਚੰਡਾਲ ਬੈਠਾ ਹੈ। ਚੰਡਾਲ ਵੈਸੇ ਕਹਿੰਦੇ ਹਨ ਜਿਹੜਾ ਸ਼ਮਸ਼ਾਨ ਵਿੱਚ ਨਾ ਲੋਕਾਂ ਦੀਆਂ ਚਿਖਾਵਾਂ ਨੂੰ ਅੱਗ ਲਾਵੇ, ਉਹਨੂੰ ਜ਼ਿਆਦਾਤਰ ਚੰਡਾਲ ਕਹਿੰਦੇ ਹਨ। ਕਿ ਤੇਰੇ ਅੰਦਰ ਜਿਹੜਾ ਕ੍ਰੋਧ ਰੂਪੀ ਚੰਡਾਲ ਹੈ ਉਹ ਵੀ ਬੈਠਾ ਹੈ। ਜੇ ਇਹ ਨਾ ਹੁੰਦਾ ਤੇਰੇ ਅੰਦਰ ਚੰਡਾਲ, ਤੇ ਤੂੰ ਮੇਰੇ ਇਸ ਸਾਥੀ ਦੇ ਪਿੱਛੇ ਨਾ ਭਜਦਾ। ਕਾਰੀ ਕੱਢੀ ਕਿਆ ਥੀ ਹੈ, ਤੂੰ ਚਾਰ ਲਕੀਰਾਂ, ਕਾਰੀ ਕਹਿੰਦੇ ਨੇ ਲਕੀਰਾਂ ਨੂੰ, ਚਾਰੇ ਲਕੀਰਾਂ ਕੱਢ ਕੇ ਤੂੰ ਸੋਚਦਾ ਤੇਰਾ ਚੌਂਕਾ ਸੁੱਚਾ ਹੋ ਗਿਆ। ਨਹੀਂ, ਕੁਛ ਨਹੀਂ ਹੋ ਸਕਦਾ ਇਹਦੇ ਨਾਲ। ਜਾਂ ਚਾਰੇ ਬੈਠੀਆਂ ਨਾਲ, ਇਹ ਚਾਰੇ ਗੰਦੀਆਂ ਬਿਰਤੀਆਂ ਜੇ ਤੇਰੇ ਨਾਲ ਅੰਦਰ ਬੈਠੀਆਂ, ਤੇਰਾ ਚੌਂਕਾ ਤੇ ਪਹਿਲੇ ਤੋਂ ਪ੍ਰਿਸ਼ਟਿਆ ਹੋਇਆ ਸੀ। ਉਹਨੂੰ ਗੱਲ ਸਮਝ ਆ ਗਈ ਕਿ ਸਤਿਗੁਰੂ ਕੀ ਕਹਿ ਰਹੇ ਹਨ। ਤੇ ਸਾਡਾ ਸਵਾਲ ਸੀ ਕਿ ਇਨਇਕੁਐਲਿਟੀ ਨੂੰ, ਇਹ ਹੁਣ ਦੇਖੋ ਇਹ ਇਨਇਕੁਐਲਿਟੀ ਸੀ। ਇੱਕ ਮਨੁੱਖ ਨੂੰ ਉਹਦੀ ਲੋੜ ਵਾਸਤੇ ਉਹਨੂੰ ਅੱਗ ਨਹੀਂ ਦਿੱਤੀ। ਉਹਦੇ ਕੋਲੋਂ ਪੁੱਛਿਆ ਗਿਆ ਤੂੰ ਕਿਹੜੀ ਜ਼ਾਤ ਦਾ ਹੈ, ਤੂੰ ਕਿਹੜੇ ਮਜ਼ਹਬ ਦਾ ਹੈ, ਤੇਰੀ ਗੋਤ ਕੀ ਹੈ। ਤੇ ਜਦੋਂ ਇਹ ਲੱਗਿਆ ਕਿ ਮੇਰੀ ਬਰਾਬਰੀ ਦਾ ਨਹੀਂ ਹੈ, ਉਹਦੇ ਪਿੱਛੇ ਉਹਨੂੰ ਦੰਡਿਤ ਕਰਨ ਵਾਸਤੇ ਚਲੇ ਗਏ। ਇਹ ਇਨਇਕੁਐਲਿਟੀ, ਇਸ ਇਨਜਸਟਿਸ ਨੂੰ ਗੁਰੂ ਨਾਨਕ ਸਾਹਿਬ ਨੇ ਇੰਜ ਆਖ ਦਈਏ ਕਿ ਮਨੁੱਖੀ ਜੀਵਨ ਚੋਂ ਬਾਹਰ ਕੱਢਿਆ ਹੈ। ਤੇ ਉਂਝ ਮੈਂ ਥੋੜੇ ਜਿਹੇ ਸਿਧਾਂਤ ਬਾਣੀ ਚੋਂ ਦੋ ਤਿੰਨ ਆਪ ਨਾਲ ਸਾਂਝੇ ਕਰ ਦੇਵਾਂ ਕਿ ਸਵਾਲ ਸੀ ਨਾ ਕਿ ਇਸ ਇਨਇਕੁਐਲਿਟੀ ਨੂੰ ਕਿਸ ਤਰੀਕੇ ਨਾਲ ਦੂਰ ਕੀਤਾ ਜਾਵੇ ਤਾਂ ਕਿ ਅਸੀਂ ਇੱਕ ਸਦਭਾਵਨਾ ਦਾ ਚਲੋ ਇੱਕ ਮਾਹੌਲ ਬਣਾ ਸਕੀਏ। ਇਹ ਕੇਵਲ ਆਪਣੇ ਸਮਾਜ ਵਿੱਚ ਨਹੀਂ ਬਲਕਿ ਮਨੁੱਖ ਮਾਤਰ ਲਈ ਹੈ, ਸਾਰੀ ਮਨੁੱਖਤਾ ਦੇ ਲਈ। ਕਿਉਂਕਿ ਮੈਂ ਪਹਿਲੇ ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਲਿਆ ਸੀ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ ਬੋ। ਉੱਥੇ ਮਨੁੱਖਤਾ ਦੀ ਸਾਰੀ ਹਿਊਮਨ ਰੇਸ ਦੀ ਗੱਲ ਕੀਤੀ ਗਈ ਹੈ। ਤੇ ਸਭ ਤੋਂ ਪਹਿਲੇ ਸਾਨੂੰ ਸਤਿਗੁਰੂ ਨੇ ਨਾ ਗੁਰਦੁਆਰੇ ਤੋਂ ਹੀ ਇਹ ਗੱਲ ਸਿਖਾਈ ਕਿ ਇੱਕ ਸੰਗਤ ਹੋਏਗੀ ਤੇ ਇੱਕ ਪੰਗਤ ਹੋਏਗੀ। ਸੰਗਤ ਔਰ ਪੰਗਤ ਦਾ ਸਾਨੂੰ ਸਿਧਾਂਤ ਦਿੱਤਾ ਕਿ ਗੁਰਦੁਆਰੇ ਦੇ ਵਿੱਚ ਕੋਈ ਵੀ ਆ ਜਾਵੇ, ਉਹਨੂੰ ਐਸਾ ਨਹੀਂ ਕਿ ਵੇਖ ਕੇ ਉਹਨੂੰ ਬਿਠਾਇਆ ਜਾਏਗਾ ਜਾਂ ਉਹਨੂੰ ਵੇਖ ਕੇ ਉਹਦਾ ਦਰਜਾ ਦੇਖ ਕੇ ਉਹਨੂੰ ਅੱਗੇ ਆ ਪਿੱਛੇ। ਵੇਖੋ ਸੰਗਤ ਵਿੱਚ ਕਿਸੇ ਥਾਂ ਤੇ ਵੀ ਕੋਈ ਬੈਠ ਸਕਦਾ ਹੈ, ਜਿਹਨੂੰ ਜਿੱਥੇ ਥਾਂ ਮਿਲ ਜਾਵੇ। ਪੰਗਤ ਵਿੱਚ ਵੀ ਕੋਈ ਕਿੱਥੇ ਬੈਠ ਸਕਦਾ ਹੈ। ਅਸੀਂ ਖੁਦ ਵੇਖਦੇ ਹਾਂ, ਇੱਕ ਅਰਬਾਂਪਤੀ ਬੈਠਾ ਹੁੰਦਾ, ਉਹਦੇ ਨਾਲ ਹੀ ਮਜ਼ਦੂਰ ਬੈਠ ਕੇ ਤੇ ਲੰਗਰ ਪ੍ਰਸ਼ਾਦ ਛਕ ਰਿਹਾ ਹੁੰਦਾ ਹੈ। ਇਸ ਤਰੀਕੇ ਨਾਲ ਇਹ ਇਨਇਕੁਐਲਿਟੀ ਗੁਰੂ ਨੇ ਦੂਰ ਕੀਤੀ। ਪਰ ਅਸੀਂ ਲੋਕ ਫਿਰ ਉਹਨੂੰ ਨਾ ਕਿਸੇ ਤਰੀਕੇ ਨਾਲ ਵਾਪਸ ਵਾੜ ਰਹੇ ਹਾਂ, ਵਾਪਸ ਲਿਆ ਰਹੇ ਹਾਂ ਉਹਦੇ ਵਿੱਚ। ਮੈਂ ਕੱਲ ਵੀ ਸ਼ਾਇਦ ਸਵੇਰੇ ਕਥਾ ਕਰ ਰਿਹਾ ਸੀ ਤੇ ਮੈਂ ਸੰਗਤ ਨੂੰ ਇਹ ਬੇਨਤੀ ਕੀਤੀ ਸੀ ਕਿ ਅਸੀਂ ਅੱਜ ਪੰਜਾਬ ਦਾ ਹਾਲ ਦੇਖ ਲਈਏ, ਹੋਰ ਸ਼ਹਿਰਾਂ ਦਾ ਹਾਲ, ਹੋਰ ਸਟੇਟਾਂ ਦਾ ਹਾਲ ਦੇਖ ਲਈਏ ਤੇ ਪੰਜਾਬ 'ਚ ਤੇ ਹੋਰ ਬੁਰਾ ਹਾਲ ਜੇ ਇਸ ਗੱਲ ਦਾ। ਇੱਕ ਪਿੰਡ ਦੇ ਵਿੱਚ ਗੋਤਾਂ ਦੇ ਨਾਮ ਤੇ ਚਾਰ ਚਾਰ ਗੁਰਦੁਆਰੇ, ਚਾਰ ਚਾਰ ਸ਼ਮਸ਼ਾਨ ਬਣ ਗਏ। ਤੇ ਇੱਕ ਗੋਤ ਦਾ ਬੰਦਾ ਦੂਸਰੇ ਗੋਤ ਦੇ ਗੁਰਦੁਆਰੇ 'ਚ ਜਾਂਦਾ ਨਹੀਂ, ਇੱਕ ਬਿਰਾਦਰੀ ਦਾ ਬੰਦਾ ਦੂਸਰੇ ਬਿਰਾਦਰੀ ਦੇ ਗੁਰਦੁਆਰੇ 'ਚ ਨਹੀਂ ਜਾਂਦਾ। ਕੀ ਅਸੀਂ ਆਪ ਅਸਮਾਨਤਾ, ਇਨਇਕੁਐਲਿਟੀ ਨਹੀਂ ਆਪਣੇ ਸਮਾਜ ਵਿੱਚ ਲੈ ਆਉਂਦੀ। ਗੁਰੂ ਸਾਡਾ ਇੱਕ ਇੱਕਾ ਬਾਣੀ, ਇੱਕ ਗੁਰ ਇੱਕੋ ਸ਼ਬਦ ਵਿਚਾਰ। ਤੇ ਫਿਰ ਅਸੀਂ ਇਤਨਾ ਜ਼ਿਆਦਾ ਇੱਕ ਦੂਸਰੇ ਦੇ ਨਾਲ ਵਿਤਕਰਾ ਕਿਉਂ ਕਰ ਰਹੇ ਹਾਂ? ਸਾਨੂੰ ਸੋਚਣਾ ਪਵੇਗਾ। ਇਹ ਸਾਨੂੰ ਸਾਡੀ ਮੂਰਖਤਾ, ਸਾਡੀ ਹਉਮੈ, ਸਾਡਾ ਹੰਕਾਰ, ਸਾਡੇ ਅੰਦਰ ਦੀ ਹੰਗਤਾ ਇਹ ਸਾਡੇ ਕੋਲੋਂ ਸਭ ਕੁਝ ਕਰਾਉਂਦੀ ਹੈ। ਤੇ ਮਜ਼ੇ ਦੀ ਗੱਲ ਇਹ ਹੈ, ਬੰਦਾ ਹੰਕਾਰ ਨੂੰ ਨਿਵਰਤੀ ਕਰਨ ਬਾਰੇ ਸ਼ਬਦ ਝੂਮ ਝੂਮ ਕੇ ਸੁਣਦਾ ਹੈ ਸੰਗਤ ਵਿੱਚ, ਲੇਕਿਨ ਹੰਕਾਰ ਨੂੰ ਕੱਢਦਾ ਕੋਈ ਨਹੀਂ। ਅੱਖਾਂ ਬੰਦ ਕਰਕੇ ਨਾ ਬਈ ਪ੍ਰਥਮੇ ਮਨ ਪ੍ਰਬੋਧ ਹੈ ਆਪਣਾ, ਇਸ ਤਰ੍ਹਾਂ ਸ਼ਬਦ ਚੱਲ ਰਹੇ ਹੋਣਗੇ ਤੇ ਸ਼ਬਦਾਂ ਦੇ ਨਾਲ ਜੁੜ ਜਾਏਗਾ ਬੰਦਾ, ਝੂਮੇਗਾ ਸੰਗਤ ਵਿੱਚ ਬੈਠ ਕੇ। ਲੇਕਿਨ ਜੇ ਕੋਈ ਵੀ ਹੁਣ ਇੰਪਲੀਮੈਂਟ ਕਰਕੇ ਦਿਖਾ, ਉੱਥੇ ਆਖੇਗਾ ਨਹੀਂ ਇਹ ਮੇਰੇ ਵਾਸਤੇ ਨਹੀਂ ਹੈ, ਬਾਕੀਆਂ ਲਈ। ਤੇ ਗੁਰਦੁਆਰੇ ਦੇ ਵਿੱਚ ਇਨਇਕੁਐਲਿਟੀ ਨੂੰ ਦੂਰ ਕਰਨਾ ਹੈ ਇੱਕ ਸੰਗਤ ਔਰ ਇੱਕ ਪੰਗਤ ਦਾ ਸਿਧਾਂਤ ਜੋ ਗੁਰੂ ਨੇ ਦਿੱਤਾ ਸੀ। ਇਹ ਨਹੀਂ ਮੈਂ ਕਹਾਂਗਾ ਲਿਆ ਕੇ ਆਇਆ ਹੋਇਆ ਹੈ, ਉਹਨੂੰ ਲਾਗੂ ਉਸੇ ਦ੍ਰਿੜਤਾ ਨਾਲ ਕਰੀਏ ਜਿਸ ਦ੍ਰਿੜਤਾ ਨਾਲ ਗੁਰੂ ਨੇ ਕੀਤਾ ਸੀ। ਫਿਰ ਸੋਸ਼ਲ ਲਾਈਫ ਦੇ ਵਿੱਚ ਸਾਰਿਆਂ ਨੂੰ ਇੱਕ ਬਰਾਬਰ ਸਮਝੋ। ਇਹ ਨਹੀਂ ਕਿ ਇਹਦੀ ਜ਼ਾਤ ਨੀਵੀਂ ਹੈ, ਇਹਦੀ ਬਰਾਦਰੀ ਉੱਚੀ ਹੈ, ਇਹਦੀ ਨੀਵੀਂ ਹੈ, ਇਸ ਤਰੀਕੇ ਨਾਲ ਨਹੀਂ। ਕਿਸੇ ਤਰੀਕੇ ਦੇ ਨਾਲ ਵੀ ਜ਼ਾਤ ਗੋਤ ਦੇ ਨਾਮ ਤੇ, ਕਾਸਟ ਕਰੀਡ ਦੇ ਨਾਮ ਤੇ, ਅਮੀਰ ਗਰੀਬ ਦੇ ਨਾਮ ਤੇ, ਜਾਂ ਫਿਰ ਮੈਂ ਤੇ ਹੈਰਾਨ ਹੋ ਜਾਂਦਾ ਹਾਂ ਲੋਕੇਸ਼ਨਸ ਦੇ ਨਾਮ ਤੇ, ਇਲਾਕਿਆਂ ਦੇ ਨਾਮ ਤੇ ਵਿਤਕਰੇ ਆ ਗਏ। ਇਹ ਮਾਝੇ ਦਾ ਹੈ, ਮਾਲਵੇ ਦਾ ਹੈ, ਦੁਆਬੇ ਦਾ ਹੈ। ਆਪ ਦੇਖੋ ਪੰਜਾਬ ਦਾ ਹਾਲ ਕੀ ਹੋਇਆ ਪਿਆ ਹੈ। ਤੇ ਮਾਝੇ ਵਾਲਾ ਮਾਲਵੇ ਨੂੰ ਚੰਗਾ ਨਹੀਂ ਸਮਝੇਗਾ ਤੇ ਮਾਲਵੇ ਵਾਲਾ ਕਹੇਗਾ ਜੀ ਮੈਂ ਹੀ ਚੰਗਾ ਹਾਂ, ਦੁਆਬੇ ਵਾਲਾ ਤੇ ਮਾਝੇ ਵਾਲਾ ਚੰਗਾ ਨਹੀਂ। ਇਹਨਾਂ ਥਾਵਾਂ ਦੇ, ਇਹਨਾਂ ਬੇਸਿਸ ਦੇ ਆਧਾਰ ਤੇ ਵੀ ਅਸੀਂ ਇਨਇਕੁਐਲਿਟੀ 'ਚ ਪੈ ਗਏ। ਦੂਸਰੀ ਗੱਲ, ਅਗਰ ਹਿਊਮਨ ਰੇਸ ਦੀ ਗੱਲ ਲਵਾਂਗੇ ਤੇ ਸਾਰੇ ਧਰਮਾਂ ਦਾ ਸਿੱਖ ਨੇ ਸਤਿਕਾਰ ਕਰਨਾ ਹੈ, ਸਾਰਿਆਂ ਦੀ ਭਾਵਨਾਵਾਂ ਦਾ ਸਤਿਕਾਰ ਕਰਨਾ ਹੈ। ਗੁਰੂ ਨਾਨਕ ਨੇ ਸਾਰਿਆਂ ਦਾ ਸਤਿਕਾਰ ਕੀਤਾ, ਸਾਰਿਆਂ ਨੂੰ ਥਾਂ ਦਿੱਤੀ। ਇਹਦਾ ਸਭ ਤੋਂ ਵੱਡਾ ਪ੍ਰਮਾਣ ਸਾਨੂੰ ਪਤਾ ਕੀ ਮਿਲਦਾ ਹੈ? ਗੁਰਬਾਣੀ ਦੇ ਵਿੱਚ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਤਕਰੀਬਨ 35 ਮਹਾਂਪੁਰਖਾਂ ਦੀ ਬਾਣੀ ਹੈ, ਜਿਹਦੇ ਵਿੱਚ ਤੁਸੀਂ ਵੇਖੋ ਮੁਸਲਿਮ ਵੀ ਹਨ, ਪੰਡਿਤ ਵੀ ਹਨ, ਬ੍ਰਾਹਮਣ ਵੀ ਹਨ ਤੇ ਸੋ ਕਾਲਡ ਜਿਨ੍ਹਾਂ ਨੂੰ ਤੁਸੀਂ ਸ਼ੂਦਰ ਕਹਿ ਰਹੇ ਸੋ, ਉਹ ਭਗਤ ਵੀ ਹਨ। ਸਭ ਤੋਂ ਜ਼ਿਆਦਾ ਗਿਣਤੀ ਤੇ ਉਹਨਾਂ ਭਗਤਾਂ ਦੀ ਹੈ। ਤੇ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਇਹ ਪ੍ਰੇਰਣਾ ਲੈ ਲਈਏ ਵੀ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਨੇ ਸਾਰਿਆਂ ਨੂੰ ਇੱਕ ਜਗ੍ਹਾ ਤੇ ਬਿਠਾਇਆ ਹੈ,
ਤੇ ਇਹਨੂੰ ਇੰਝ ਸਮਝ ਲਵੋ ਵੀ ਗੁਲਾਬ ਗੁਲਾਬ ਰਹੇਗਾ, ਗੇਂਦਾ ਗੇਂਦਾ ਰਹੇਗਾ, ਚਮੇਲੀ ਚਮੇਲੀ ਰਹੇਗੀ। ਉਹਨਾਂ ਨੂੰ ਅਸੀਂ ਇਹ ਨਹੀਂ ਵੀ ਸਾਰਿਆਂ ਨੂੰ ਗੁਲਾਬ ਬਣਾ ਦਈਏ, ਸਾਰਿਆਂ ਨੂੰ ਗੇਂਦਾ ਬਣਾ ਦਈਏ। ਉਹ ਜੋ ਵਿਲੱਖਣਤਾ ਲੋਕਾਂ ਨੂੰ ਦਿੱਤੀ, ਜੋ ਸੁਭਾਅ ਦਿੱਤਾ, ਜਿਹੜੇ ਰਿਲੀਜਨ ਸਨ, ਪਰ ਇਹ ਸਾਰੇ ਰਲ ਕੇ ਗੁਲਦਸਤੇ ਵਿੱਚ ਤੇ ਆ ਸਕਦੇ ਹਨ ਨਾ। ਅਸੀਂ ਇੱਕ ਗੁਲਦਸਤੇ ਦੇ ਵਿੱਚ ਰਹਿਣ ਦਾ ਯਤਨ ਕਰਨਾ ਹੈ। ਇਸ ਤਰੀਕੇ ਨਾਲ ਇਨਇਕੁਐਲਿਟੀ ਦਾ ਭਾਵ ਦੂਰ ਹੋਏਗਾ। ਅਨੰਦਪੁਰ ਸਾਹਿਬ 'ਚ ਤੇ ਮਿਸਾਲ ਦਿੱਤੀ ਜਾਂਦੀ ਸੀ ਕਿ ਅਨੰਦਪੁਰ ਸਾਹਿਬ ਵਾਲਾ ਸੱਚਮੁੱਚ ਆਨੰਦ ਦੀ ਪੁਰੀ ਸੀ ਉਹ ਕਿਸੇ ਵੇਲੇ। ਅਗਰ ਅਸੀਂ ਅਨੰਦਪੁਰ ਤੋਂ ਹੀ ਅਗਰ ਪ੍ਰੇਰਨਾ ਲੈ ਲਈਏ ਨਾ ਅੱਜ ਆਪਣੇ ਜਿੱਥੇ ਇਲਾਕਿਆਂ ਵਿੱਚ ਰਹਿੰਦੇ ਹਾਂ, ਤੇ ਸਾਡੇ ਇਲਾਕੇ ਹੀ ਮਹੱਲੇ ਹੀ ਸਵਰਗ ਬਣ ਜਾਣ। ਉੱਥੇ ਗੁਰੂ ਸਾਹਿਬ ਜੀ ਇੱਕ ਜਗ੍ਹਾ ਤੇ ਲੰਗਰ ਪਕਵਾਉਂਦੇ ਸਨ, ਵੀ ਵੱਖ-ਵੱਖ ਲੰਗਰ ਵੀ ਨਹੀਂ ਬਣਾਉਣਾ, ਪ੍ਰਸ਼ਾਦਾ ਨਹੀਂ, ਜੋ ਖਾਵੇ ਸਿੱਖ, ਇੱਕ ਸਿੱਖ ਨੂੰ ਮਿਲੇ ਉਹੀ ਦੂਸਰੇ ਨੂੰ ਮਿਲੇ। ਇਹ ਨਾ ਹੋਵੇ ਇੱਕ ਦੇ ਘਰ ਦੇ ਵਿੱਚ ਤੇ ਬਦਾਮ ਹੋਣ, ਦੂਸਰੇ ਦੇ ਘਰ ਵਿੱਚ ਛੋਲੇ ਵੀ ਨਾ ਹੋਣ। ਤੇ ਇਹ ਇਕੁਐਲਿਟੀ ਇਸ ਤਰੀਕੇ ਨਾਲ ਬਣਾਈ ਗਈ ਹੈ। ਇਸ ਤਰੀਕੇ ਦੀ ਸਦਭਾਵਨਾ ਅਗਰ ਬਣਾਵਾਂਗੇ, ਸੰਗਤ ਔਰ ਪੰਗਤ ਦੀ ਇਕੁਐਲਿਟੀ, ਗੁਰੂ ਦੇ ਸਿਧਾਂਤਾਂ ਨੂੰ ਮੰਨ ਕੇ, मानस की जात सब है एक है पहचान वो, और कास्ट क्रीड और निर्धन और पुअर रिच एंड पुअर, ये सारे डिफरेंसेस दूर करके ये कढ़ने पैणगे दिमाग चो। मैं कह रहा तुसीं सुन रहे हो, लोकी सुन भी रहे ने, इस समय आनंद भी आ रहा होगा उन्हां सारिਆਂ ਨੂੰ, लेकिन वो गल जे जदों इंप्लीमेंटेशन दी आएगी ਅਸੀਂ ਸਾਰੇ बैकफुट ਤੇ ਹੋ ਜਾਵਾਂਗੇ। सारी गल जे इंप्लीमेंटेशन दी, वही गल किनका एक जिस जी बसावे ताकि महिमा गनी न आवे। बहुत ही सोहना वीर जी आपने इस टॉपिक ਨੂੰ ਲਿਆ ਹੈ। ਵੀਰੋ ਕੋਸ਼ਿਸ਼ ਕਰੀਏ, ਸੱਚੇ ਪਾਤਸ਼ਾਹ ਜੀ ਨੇ ਨਾ ਬਿਖਰੇ ਹੋਏ ਫੁੱਲਾਂ ਨੂੰ ਇਕੱਠਾ ਕਰਕੇ ਗੁਲਦਸਤਾ ਬਣਾਇਆ। ਅਸੀਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਦੇਖੀਏ, ਕਈ ਇਤਿਹਾਸਕਾਰਾਂ ਨੇ ਇਹ ਗੱਲ ਲਿਖੀ ਹੈ ਕਿ ਸੱਚੇ ਪਾਤਸ਼ਾਹ ਜੀ ਨੂੰ ਤੱਤੀ ਤਵੀ ਤੇ ਬਿਠਾਉਣ ਦਾ ਇੱਕ ਵੱਡਾ ਕਾਰਨ ਇਹ ਵੀ ਸੀ ਕਿ ਉਹਨਾਂ ਨੇ ਸਾਰੀ ਬਾਣੀਆਂ ਨੂੰ ਇੱਕ ਥਾਂ ਤੇ ਲਿਆਇਆ ਸੀ, ਤੇ ਉਹਦਾ ਬੜਾ ਵਿਰੋਧ ਹੋਇਆ ਸੀ ਕਿ ਵੱਡੀ ਜਾਤੀ ਔਰ ਨੀਵੀਂ ਜਾਤੀ ਦੀ ਬਾਣੀ ਨੂੰ ਤੁਸੀਂ ਇੱਕ ਜਗ੍ਹਾ ਇਕੱਠਾ ਨਹੀਂ ਕਰ ਸਕਦੇ। ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ, ਕਹਿੰਦੇ ਜਾਣੂ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਕਿ ਮੈਂ ਤੇ ਤੇਰੀ ਜੋਤ ਦੇਖਦਾ, ਜਾਤ ਨੇ ਕੀ ਕਰਨਾ, ਅੱਗੇ ਜਾਤ ਨੇ ਨਹੀਂ ਜਾਣਾ, ਤੇਰੀ ਜੋਤ ਨੇ ਜਾਣਾ। ਉਸ ਜੋਤ ਨੂੰ ਸੰਭਾਲ। ਅੱਜ ਛੋਟੀ ਛੋਟੀ ਗੱਲਾਂ ਅਸੀਂ ਆਪਣੇ ਘਰਾਂ ਵਿੱਚ ਵੀ ਇੰਪਰੂਵ ਕਰੀਏ। ਜਿਵੇਂ ਸਾਡੀ ਮੇਡਸ ਨੇ, ਅਸੀਂ ਆਪਣੀ ਮੇਡਸ ਦੇ ਲਈ ਬਰਤਨ ਅਲੱਗ ਰੱਖਦੇ ਹਾਂ, ਨਹੀਂ ਵੀਰੋ, ਇਤਨਾ ਪਿਆਰ ਦਈਏ ਉਹਨਾਂ ਨੂੰ ਕਿ ਉਹਨਾਂ ਨੂੰ ਲੱਗੇ ਕਿ ਅਸੀਂ ਸਿੱਖ ਦੇ ਘਰ, ਗੁਰੂ ਨਾਨਕ ਦੇ ਘਰ ਰਹਿ ਰਹੇ ਹਾਂ, ਆਨੰਦ ਆ ਗਿਆ। ਇਹ ਐਸੇ ਲੋਕ ਨਹੀਂ ਨੇ ਜੇ ਬਾਕੀ ਨੇ, ਇਹ ਬਾਕੀਆਂ ਤੋਂ ਅਲੱਗ ਨੇ, ਕਿਉਂਕਿ ਸਾਡੇ ਗੁਰੂ ਨੇ ਸਾਨੂੰ ਇਹ ਪਿਆਰ ਕਰਨਾ ਸਿਖਾਇਆ। ਸੱਚੇ ਪਾਤਸ਼ਾਹ ਜੀ ਜਿਨ੍ਹਾਂ ਨੂੰ ਲੋਕ ਪਿੰਡ ਤੋਂ ਬਾਹਰ ਕਰ ਦਿੰਦੇ ਸੀ ਨਾ, ਕੋੜੀ ਕਹਿ ਕੇ, ਕੋੜ ਦੀ ਜਿਨ੍ਹਾਂ ਨੂੰ ਬਿਮਾਰੀ ਨਾ ਸੀ, ਗੁਰੂ ਸੱਚੇ ਪਾਤਸ਼ਾਹ ਜੀ ਨੇ ਇਤਿਹਾਸ ਲਿਖਦਾ ਆਪਣੇ ਰੁਮਾਲ ਦੇ ਨਾਲ ਉਹਨਾਂ ਦੇ ਜ਼ਖਮ ਸਾਫ਼ ਕੀਤੇ ਨੇ, ਉਹਨਾਂ ਨੂੰ ਚੁੱਕ ਕੇ ਉਹਨਾਂ ਦੇ ਸਿਰ ਆਪਣੇ ਗੋਦੀ 'ਚ ਰੱਖੇ ਨੇ। ਅਸੀਂ ਉਸ ਪਾਤਸ਼ਾਹ ਦੇ ਸਿੱਖ ਹਾਂ। ਅਸੀਂ ਉਸ ਪਾਤਸ਼ਾਹ ਕੋਲੋਂ ਇਹ ਪਿਆਰ, ਇਹ ਕੰਪੈਸ਼ਨ, ਇਹ ਇਕੁਐਲਿਟੀ ਸਿੱਖਣੀ ਹੈ। ਅਸੀਂ ਹਰ ਇੱਕ, ਕਿਉਂਕਿ ਅੱਜ कितनी एक्टिविज्म पैदा हो रहा है, इस चीज़ का एक्टिविज्म, इस चीज़ की इक्वालिटी, विमेन इक्वालिटी, विमेन एक्टिविज्म, इन्वायरमेंटलिस्ट, ये वो। बट मेरे सच्चे पातशाह जी बलिहारी कुदरत वसिया की गल करते हैं, मेरे पातशाह जी सारिਆਂ ਨੂੰ ਨਾਲ ਲੈ ਕੇ ਚੱਲਣ ਦੀ ਗੱਲ ਕਰਦੇ ਨੇ। ਮੇਰੇ ਵੀਰੋ, ਹਰ ਇੱਕ ਨੂੰ ਗਲਵਕੜੀ ਲਗਾਓ, ਪਿਆਰ ਕਰੋ, ਗੁਰੂ ਨਾਨਕ ਦੇ ਸਿਧਾਂਤ ਨੂੰ ਦੁਨੀਆ ਨੂੰ ਇਵੇਂ ਕਰਕੇ ਦਿਖਾਈਏ ਕਿ ਦੁਨੀਆ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ, ਸਿੱਖ ਨੂੰ ਦੇਖ ਕੇ ਪਿਆਰ ਕਰੇ। ਇਹੀ ਹੁੰਦਾ ਸੀ ਇਤਿਹਾਸ, ਇਹੀ ਹੈ, ਸਿੱਖ ਨੂੰ ਦੇਖ ਕੇ ਲੋਕ ਕਹਿੰਦੇ ਸੀ ਆਪਣਾ ਗੁਰੂ ਦੱਸ ਕੌਣ ਹੈ, ਹੈਰਾਨ ਹੋ ਜਾਂਦੇ ਸੀ ਉਹਨਾਂ ਦਾ ਪਿਆਰ ਵੇਖ ਕੇ, ਉਹਨਾਂ ਦਾ ਸਤਿਕਾਰ ਵੇਖ ਕੇ, ਇੱਕ ਦੂਜੇ ਦੇ ਪ੍ਰਤੀ, ਦੁਨੀਆ ਦੇ ਪ੍ਰਤੀ। ਅੱਜ ਕਈ ਵੀਰ ਐਸਾ ਕਰ ਰਹੇ ਨੇ, ਕਈ ਆਰਗੇਨਾਈਜੇਸ਼ਨਸ ਐਸਾ ਕਰ ਰਹੇ ਨੇ। ਅਸੀਂ ਵੀ ਆਪਣੇ ਘਰਾਂ ਦੇ ਵਿੱਚ ਕੁਝ ਛੋਟੇ ਛੋਟੇ ਚੇਂਜਸ ਲਿਆਈਏ। ਵੀਰੋ, ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਨਾ ਤਾਜ ਬਖਸ਼ਿਆ, ਸਰਦਾਰੀ ਬਖਸ਼ੀ ਹੈ, ਸ਼ਹਿਨशाह ਦੇ ਸ਼ਹਿਨशाह ਨੇ ਸਾਨੂੰ ਇੱਕ ਬਾਦਸ਼ਾਹਤ ਬਖਸ਼ੀ ਹੈ। ਉਸ ਬਾਦਸ਼ਾਹਤ ਨੂੰ ਕਾਇਮ ਰੱਖੀਏ, ਗੁਰੂ ਦੇ ਸਿਧਾਂਤਾਂ ਨੂੰ ਮੰਨੀਏ। ਵੀਰ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਬਹੁਤ ਹੀ ਆਨੰਦ ਬਣਦਾ ਆਪ ਜੀ ਨਾਲ ਗੱਲ ਕਰਕੇ। ਫਿਰ ਗੁਰੂ ਸਾਹਿਬ ਦਇਆ ਕਰਨ, ਸਾਨੂੰ ਇਹ ਮੌਕਾ ਮਿਲਦਾ ਰਹੇ, ਅਸੀਂ ਕੁਛ ਨਾ ਕੁਛ ਆਪ ਜੀ ਕੋਲੋਂ ਸਿੱਖਦੇ ਰਹੀਏ। ਸੰਗਤ ਜੀ, ਇੰਨੀ ਕੁ ਸੇਵਾ ਪ੍ਰਵਾਨ ਕਰਨੀ ਜੀ। ਇੱਥੇ ਅੱਜ ਦੇ ਸੈਸ਼ਨ ਦਾ ਵਿਰਾਮ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।